ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਸ ਮਹਾਂਮਾਰੀ ਦੇ ਨਾਲ ਅਸੀਂ ਸਾਰੇ ਲੜ ਰਹੇ ਹਾਂ, ਜਿਸ ਜੰਗ ਦੇ ਅਸੀਂ ਅੱਜ ਸਿਪਾਹੀ ਬਣੇ ਹੋਏ ਹਾਂ, ਇਸ ਮਹਾਂਮਾਰੀ ਦਾ ਜੋ ਸੇਕ ਹੈ ਇਹ ਸਾਡੇ ਪਰਿਵਾਰ ਨੂੰ ਵੀ ਝੱਲਣਾ ਪਿਆ। ਮੈਂ ਖੁਦ ਕਰੋਨਾ ਪੋਜ਼ੀਟਿਵ ਰਹੀ ਅਤੇ ਦੋਸਤਾਂ ਮਿੱਤਰਾਂ ਦੇ ਫੇਸਬੁੱਕ ਦੇ ਉੱਪਰ ਮੈਸੇਜਸ ਕਰਕੇ ਇਹ ਬਹੁਤ ਜਣਿਆਂ ਨੇ ਮੈਨੂੰ ਕਿਹਾ ਕਿ ਮੈਡਮ ਤੁਸੀਂ ਮੈਡੀਕਲ ਲਾਈਨ ਵਿੱਚ ਵੀ ਹੋ ਅਤੇ ਤੁਸੀਂ ਆਪਣੇ ਇਸ ਤਜਰਬੇ ਬਾਰੇ ਜਿਹੜਾ ਵਾ ਉਹ ਜ਼ਰੂਰ ਦੱਸੋ। ਪਿਛਲੇ ਮਹੀਨੇ ਦੀ 5 ਤਰੀਕ ਨੂੰ 5 ਅਪ੍ਰੈਲ ਨੂੰ ਪਹਿਲੇ ਦਿਨ ਮੈਨੂੰ ਬੁਖਾਰ ਆਇਆ ਸੀ। ਮਹੀਨੇ ਤੋਂ ਉੱਪਰ ਹੋ ਗਿਆ ਪਰ ਅਜੇ ਤੱਕ ਵੀ ਸਰੀਰ ਜਿਹੜਾ ਵਾ ਉਹਦੀ ਮਾਰ ਹੇਠੋਂ ਨਹੀਂ ਨਿਕਲ ਸਕਿਆ ਅਤੇ ਇੰਨਾ ਮਤਲਬ ਹਿੰਮਤ ਨਹੀਂ ਪੈਂਦੀ ਸੀ ਕਿ ਮੈਂ ਲਿਖ ਕੇ ਸਾਰਾ ਸ਼ੇਅਰ ਕਰਾਂ। ਮੈਨੂੰ ਠੀਕ ਲੱਗਾ ਹੁਣ ਥੋੜ੍ਹਾ ਅਤੇ ਮੈਂ ਸੋਚਿਆ ਕਿ ਚਲੋ ਤੁਹਾਡੇ ਨਾਲ ਸਾਰਿਆਂ ਨਾਲ ਇਹ ਮੈਂ ਇਸ ਵੀਡੀਓ ਦੇ ਰਾਹੀਂ ਆਪਣਾ ਜੋ ਤਜਰਬਾ ਅਤੇ ਜੋ ਆਪਣੇ ਪ੍ਰੋਫੈਸ਼ਨ ਨੂੰ ਮੁੱਖ ਰੱਖਦੇ ਹਾਂ ਕਿ ਇਹ ਵਾਇਰਸ ਕੀ ਹੈ ਅਤੇ ਜਿੰਨੀ ਕੁ ਮਤਲਬ ਜਾਣਕਾਰੀ ਮੈਂ ਦੇ ਸਕਦੀ ਹਾਂ ਸੌਖੇ ਅਤੇ ਸਰਲ ਲਫ਼ਜ਼ਾਂ ਦੇ ਵਿੱਚ ਉਹ ਜ਼ਰੂਰ ਸਾਂਝੀ ਕਰਾਂ। ਸਭ ਤੋਂ ਪਹਿਲਾਂ ਆਪਾਂ ਦੇਖੀਏ, ਸੋਚੀਏ ਕਿ ਵਾਇਰਸ ਹੈ ਕੀ ਚੀਜ਼, ਵਾਇਰਸ ਕੀ ਹੁੰਦਾ। ਵਾਇਰਸ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਆਮ ਘਰਾਂ 'ਚ ਬੋਲਦੇ ਹਾਂ ਕਿ ਜੀਵਾਣੂ, ਕੀਟਾਣੂ, ਵਿਸ਼ਾਣੂ, ਇਹਨਾਂ ਵਿੱਚੋਂ ਹੀ ਇੱਕ ਹੈ ਜੋ ਸਾਨੂੰ ਬਿਮਾਰ ਕਰ ਸਕਦੇ ਨੇ, ਬਹੁਤ ਬਿਮਾਰ ਕਰ ਸਕਦੇ ਨੇ, ਇੱਥੋਂ ਤੱਕ ਕਿ ਸਾਡੀ ਜਾਨ ਵੀ ਲੈ ਸਕਦੇ ਨੇ। ਇਹਨਾਂ ਜੀਵਾਣੂਆਂ, ਵਿਸ਼ਾਣੂਆਂ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਮੈਡੀਕਲ ਸਾਇੰਸਿਸ ਦੇ ਵਿੱਚ ਨਾਮ ਜਿਹੜੇ ਉਹ ਮਸ਼ਹੂਰ ਨੇ, ਜਿਨ੍ਹਾਂ ਦੇ ਵਿੱਚ ਵਾਇਰਸ ਹੋ ਜਾਂਦਾ, ਬੈਕਟੀਰੀਆ ਜਾਂ ਫੰਜਾਈ ਜਿਹੜੀ ਆ ਉਹ ਵੀ ਇਸੇ ਕੈਟੇਗਰੀ ਦੇ ਵਿੱਚ ਆਉਂਦੀ ਹੈ। ਹੋਰ ਬਹੁਤ ਸਾਰੇ ਜਿਹੜੇ ਛੋਟੇ ਛੋਟੇ ਕੀਟਾਣੂ ਨੇ ਉਹ ਮੈਡੀਕਲ ਸਾਇੰਸ ਨੇ ਉਹਨਾਂ ਦੀ ਜੋ ਖੋਜ ਹੈ ਉਹ ਕੀਤੀ ਹੈ। ਪਰ ਇਹਨਾਂ ਦੇ ਵਿੱਚੋਂ ਸਭ ਤੋਂ ਖਤਰਨਾਕ ਜਿਹੜਾ ਉਹ ਵਾਇਰਸ ਕਿਉਂ? ਪਹਿਲੀ ਗੱਲ ਤਾਂ ਜਿਹੜਾ ਇੱਕ ਬੈਕਟੀਰੀਆ ਵਾ, ਬੈਕਟੀਰੀਆ ਸਾਡੀ ਬੋਡੀ ਦੇ ਅੰਦਰ ਵੀ ਹੁੰਦਾ, ਜਿਹਨੂੰ ਅਸੀਂ ਨੋਰਮਲ ਫਲੋਰਾ ਕਹਿੰਦੇ ਹਾਂ। ਜੋ ਨੋਰਮਲ ਫਲੋਰਾ ਹੈ ਬੋਡੀ ਦਾ, ਉਹਦੇ ਵਿੱਚ ਵੀ ਬੈਕਟੀਰੀਆ ਆਉਂਦਾ ਹੈ ਜਿਹੜਾ ਕਿ ਸਾਨੂੰ ਸਿਹਤਮੰਦ ਰੱਖਣ ਦੇ ਵਿੱਚ ਵੀ ਸਹਾਈ ਹੁੰਦਾ। ਸਰੀਰ ਦੇ ਅੰਦਰ ਜਿਹੜੇ ਗਲਤ ਤਰ੍ਹਾਂ ਦੇ ਤੱਤ ਪੈਦਾ ਹੋ ਜਾਂਦੇ ਨੇ, ਕਈ ਵਾਰ ਬੈਕਟੀਰੀਆ ਉਹਨਾਂ ਨੂੰ ਖਤਮ ਕਰਦਾ। ਪੇਟ ਦੇ ਅੰਦਰ ਈਕਲਾਈ ਨਾਂ ਦਾ ਬੈਕਟੀਰੀਆ ਹੁੰਦਾ ਜੋ ਪੇਟ ਦੀ ਹਾਜ਼ਮਾ ਸ਼ਕਤੀ ਦੇ ਵਿੱਚ ਵੀ ਸਾਡੇ ਲਈ ਸਹਾਇਕ ਸਿੱਧ ਹੁੰਦਾ। ਪਰ ਜਿਹੜਾ ਵਾਇਰਸ ਹੁੰਦਾ ਇਹ ਹਮੇਸ਼ਾ ਬਾਹਰੋਂ ਐਂਟਰ ਕਰਦਾ, ਬਾਹਰੋਂ ਸਰੀਰ ਵਿੱਚ ਆਉਂਦਾ। ਅਤੇ ਵਾਇਰਸ ਜਿਹੜੇ ਨੇ ਉਹ ਅੱਗੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਵੀ ਨੇ, ਠੀਕ ਹੈ, ਜਿਹਦੇ ਵਿੱਚ ਅੱਗੇ ਜਦੋਂ ਅਸੀਂ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਕਿਤਾਬਾਂ ਦੇ ਵਿੱਚ ਪੜ੍ਹਦੇ ਹਾਂ ਅਤੇ ਪੂਰੀ ਕਹਿ ਲਓ ਕਿ ਇੱਕ ਇਹਦੀ 400-500-600 ਸਫ਼ਿਆਂ ਦੀ ਕਿਤਾਬ ਹੁੰਦੀ ਹੈ ਵਾਇਰੋਲੋਜੀ। ਉਹਦੇ ਵਿੱਚ ਅਸੀਂ ਵਾਇਰਸਿਸ ਬਾਰੇ ਪੜ੍ਹਦੇ ਹਾਂ। ਬਹੁਤ ਤਰ੍ਹਾਂ ਦੇ ਵਾਇਰਸ ਜਿਹੜੇ ਨੇ ਉਹ ਪਾਏ ਜਾਂਦੇ ਨੇ। ਇਹਨਾਂ ਦਾ ਜਿਹੜਾ ਇੱਕ ਜਣੇ ਤੋਂ ਦੂਜੇ ਜਣੇ ਤੱਕ ਫੈਲਣ ਦਾ, ਸਰੀਰ ਦੇ ਅੰਦਰ ਐਂਟਰ ਕਰਨ ਦਾ ਜਿਹੜਾ ਸੁਭਾਅ ਆ ਉਹ ਵੀ ਸਭ ਦਾ ਵੱਖੋ ਵੱਖ ਹੁੰਦਾ। ਪਰ ਜ਼ਿਆਦਾਤਰ ਇਹ ਵਾਇਰਸ ਜਿਹੜੇ ਨੇ ਇਸ ਜਿਹੜੇ ਸਰੀਰ ਦੇ ਦਰਵ ਹੁੰਦੇ ਨੇ, ਜਿਹਨਾਂ ਨੂੰ ਬੋਡੀ ਫਲੂਇਡਸ ਕਹਿੰਦੇ ਆ, ਜ਼ਿਆਦਾਤਰ ਵਾਇਰਸ ਦੀ ਟਰਾਂਸਮਿਸ਼ਨਸ ਉਹਨਾਂ ਦੇ ਥਰੂ ਹੁੰਦੀ ਹੈ, ਜਿਨ੍ਹਾਂ ਦੇ ਵਿੱਚ ਸਾਡੇ ਮੂੰਹ 'ਚੋਂ ਨਿਕਲਣ ਵਾਲੇ ਛੋਟੇ ਛੋਟੇ ਜਿਹੜੇ ਡਰੋਪਲੈਟਸ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਸਾਡਾ ਸਲਾਈਵਾ, ਥੁੱਕ ਜਿਹੜਾ ਵਾ ਉਹ ਵੀ ਕਾਊਂਟ ਹੁੰਦਾ। ਜਦੋਂ ਅਸੀਂ ਬੋਲਦੇ ਹਾਂ, ਦੂਜੇ ਨਾਲ ਗੱਲ ਕਰਦੇ ਹਾਂ, ਉਦੋਂ ਵੀ ਸਾਡੇ ਮੂੰਹ ਦੇ ਵਿੱਚੋਂ ਕਈ ਵਾਰ ਪਾਣੀ ਬਾਹਰ ਆ ਜਾਂਦਾ। ਅਤੇ ਖਾਸ ਕਰਕੇ ਜਦੋਂ ਛਿੱਕਦੇ ਹਾਂ ਜਾਂ ਖੰਘ ਕਰਦੇ ਹਾਂ ਉਦੋਂ ਤਾਂ ਆਏਗਾ ਹੀ ਆਏਗਾ, ਬਹੁਤ ਜ਼ਿਆਦਾ ਮਾਤਰਾ ਦੇ ਵਿੱਚ। ਉਦੋਂ ਇਹ ਛੋਟੀਆਂ ਛੋਟੀਆਂ ਬੂੰਦਾਂ ਦੇ ਰੂਪ ਦੇ ਵਿੱਚ ਜਿਹੜਾ ਉਹ ਡਿੱਗਦਾ। ਸਭ ਤੋਂ ਵੱਡਾ ਕਾਰਨ ਜਿਹੜਾ ਵਾ ਉਹ ਇਹ ਮੰਨਿਆ ਜਾਂਦਾ ਵਾਇਰਸ ਦੀ ਟਰਾਂਸਮਿਸ਼ਨ ਦਾ। ਇਸੇ ਲਈ ਜਿਹੜੇ ਵਾਇਰਸ ਨੇ ਉਹ ਜ਼ਿਆਦਾਤਰ ਸਾਹ ਪ੍ਰਣਾਲੀ ਦੇ ਦੁਆਰਾ ਹੀ ਇੱਕ ਜਣੇ ਤੋਂ ਦੂਜੇ ਜਣੇ ਨੂੰ ਆਉਂਦੇ ਨੇ।
ਪਰ ਦੂਜੇ ਜਿਵੇਂ ਬੋਡੀ ਫਲੂਇਡਸ ਜਿਨ੍ਹਾਂ ਦੇ ਵਿੱਚੋਂ ਖੂਨ ਵੀ ਇੱਕ ਹੈ, ਉਹਨਾਂ ਦੇ ਥਰੂ ਵੀ ਕੁਝ ਵਾਇਰਸ ਜਿਹੜੇ ਨੇ ਉਹਨਾਂ ਦੀ ਟਰਾਂਸਮਿਸ਼ਨ ਹੁੰਦੀ ਹੈ। ਅੱਜ ਜਿਸ ਵਾਇਰਸ ਨਾਲ ਅਸੀਂ ਲੜ ਰਹੇ ਹਾਂ ਉਸ ਵਾਇਰਸ ਦਾ ਨਾਂ ਹੈ ਕਰੋਨਾ। ਕਰੋਨਾ ਕੋਈ ਨਵਾਂ ਨਾਮ ਨਹੀਂ ਆਇਆ ਵਾਇਰੋਲੋਜੀ ਦੇ ਵਿੱਚ, ਵਾਇਰਸ ਦੀ ਦੁਨੀਆ ਦੇ ਵਿੱਚ। ਪਰ ਜਿਹੜਾ 2019 ਦੇ ਅਖੀਰ 'ਤੇ ਕਰੋਨਾ ਵਾਇਰਸ ਆਇਆ, ਇਹ ਬਿਲਕੁਲ ਨਵੀਂ ਕਿਸਮ ਦਾ ਸੀ। ਇਸ ਕਰਕੇ ਇਸ ਨੂੰ ਇੰਗਲਿਸ਼ ਦੇ ਵਿੱਚ ਨੋਵਲ ਕਰੋਨਾ ਵਾਇਰਸ ਵੀ ਕਿਹਾ ਗਿਆ, ਜਾਂ ਇਹਨੂੰ ਕੋਵਿਡ-19 ਦੇ ਨਾਂ ਨਾਲ ਵੀ ਜਿਹੜਾ ਉਹ ਜਾਣਿਆ ਗਿਆ। ਆਪਾਂ ਇਸ ਗੱਲ ਦੇ ਵਿੱਚ ਜਿਹੜੀ ਕੰਟਰੋਵਰਸੀ ਚੱਲ ਰਹੀ ਹੈ, ਚੀਨ ਦਾ ਪੈਦਾ ਕੀਤਾ ਹੋਇਆ ਹੈ, ਚੀਨ ਇਹਦੇ ਪਿੱਛੇ ਜਿਹੜਾ ਉਹ ਜ਼ਿੰਮੇਵਾਰ ਹੈ, ਇਸ ਨੂੰ ਛੱਡ ਦਈਏ। ਜਿੱਥੋਂ ਵੀ ਪੈਦਾ ਹੋਇਆ, ਜਿਸ ਤਰ੍ਹਾਂ ਵੀ ਪੈਦਾ ਹੋਇਆ, ਹੁਣ ਅੱਜ ਸਾਡੇ ਸਾਹਮਣੇ ਸਾਡਾ ਦੁਸ਼ਮਣ ਬਣ ਕੇ ਖੜਾ ਹੈ। ਅਸੀਂ ਅੱਜ ਦੀ ਗੱਲ ਕਰੀਏ ਕਿ ਅਸੀਂ ਅੱਜ ਇਹਦੇ ਨਾਲ ਜਿਹੜਾ ਉਹ ਕਿਵੇਂ ਨਜਿੱਠਣਾ। ਜਦੋਂ ਜੰਗ ਦੇ ਮੈਦਾਨ ਦੇ ਵਿੱਚ ਉਤਰਦੇ ਆ ਸਿਪਾਹੀ, ਅਤੇ ਉਹ ਸਿਰਫ ਦੁਸ਼ਮਣ ਦੇ ਉੱਤੇ ਵਾਰ ਕਰਨ ਨੂੰ ਹੀ ਆਪਣਾ ਧਰਮ ਨਹੀਂ ਸਮਝਦੇ, ਸਗੋਂ ਉਸ ਤੋਂ ਪਹਿਲਾਂ ਜਿਹੜਾ ਕਰਮ ਹੈ ਉਹ ਹੁੰਦਾ ਆਪਣੇ ਆਪ ਦਾ ਬਚਾਅ ਕਰਨਾ, ਜਿਹੜਾ ਕਿ ਇਸ ਬਾਇਓਲੋਜੀਕਲ ਵਾਰ ਦੇ ਵਿੱਚ ਜਿਹੜੀ ਇਹ ਕੀਟਾਣੂ ਦੇ ਥਰੂ ਜਿਹੜੀ ਇੱਕ ਆਪਾਂ ਜਿਹੜੀ ਜੰਗ ਲੜ ਰਹੇ ਹਾਂ ਇਹਨਾਂ ਦੇ ਨਾਲ, ਉਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਸਾਨੂੰ ਆਪਣਾ ਬਚਾਅ ਕਰਨਾ। ਆਪਣਾ ਬਚਾਅ ਕਰਨ ਦੇ ਵਿੱਚ ਲਈ ਸਭ ਤੋਂ ਪਹਿਲਾਂ ਜਿਵੇਂ ਮੈਂ ਦੱਸਿਆ ਕਿ ਸਭ ਤੋਂ ਜ਼ਿਆਦਾ ਇਹਦੇ ਜਿਹੜਾ ਫੈਲਣ ਦਾ ਜਿਹੜਾ ਇੱਕ ਰਾਹ ਕਹਿ ਲਓ, ਰਸਤਾ ਕਹਿ ਲਓ, ਉਹ ਨੱਕ, ਸਾਡੀ ਸਾਹ ਪ੍ਰਣਾਲੀ ਆ। ਇਸ ਲਈ ਬਹੁਤ ਜ਼ਰੂਰੀ ਹੈ ਜੀ, ਬਹੁਤ ਜ਼ਰੂਰੀ ਹੈ ਮਾਸਕ ਪਾ ਕੇ ਰੱਖਣਾ। ਮਾਸਕ ਦੇ ਰਿਲੇਟਡ ਇਹਦੇ ਸੰਦਰਭ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਅਫਵਾਹਾਂ ਵਾ ਉਹ ਸੋਸ਼ਲ ਮੀਡੀਆ ਦੇ ਉੱਤੇ ਸੁਣਨ ਨੂੰ ਮਿਲਦੀਆਂ ਨੇ, ਪਰ ਉਹ ਸਭ ਝੂਠ ਨੇ। ਸਦੀਆਂ ਤੋਂ ਜਦੋਂ ਵੀ ਮਨੁੱਖ ਨੇ ਇਸ ਤਰ੍ਹਾਂ ਦੀ ਮਤਲਬ ਮਹਾਂਮਾਰੀ ਨੂੰ ਝੱਲਿਆ ਹੈ, ਜਾਂ ਜਦੋਂ ਵੀ ਉਹਨੇ ਕੋਈ ਸਰਜੀਕਲ ਕੰਮ ਕਹਿ ਲਓ ਕੀਤੇ ਨੇ, ਉਦੋਂ ਮਾਸਕ ਪਹਿਨਣਾ। ਮਾਸਕ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਬੁਰਾ ਪ੍ਰਭਾਵ ਨਹੀਂ ਹੈ। ਜਿਹੜੇ ਬੁਰੇ ਪ੍ਰਭਾਵਾਂ ਬਾਰੇ ਗੱਲ ਕੀਤੀ ਜਾਂਦੀ ਆ ਉਹ ਤਾਂ ਇੰਝ ਆ ਕਿ ਜਿਵੇਂ ਆਪਾਂ 24 ਘੰਟੇ ਮੂੰਹ ਬੰਨਣ ਨੂੰ ਕਹਿ ਦਿੱਤਾ, ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਮਾਸਕ ਪਾ ਕੇ ਰੱਖੋ ਦਾ ਮਤਲਬ ਹੈ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਨਿਕਲਣਾ ਮਾਸਕ ਪਾਓ। ਹਾਂ, ਜੇਕਰ ਤੁਹਾਨੂੰ ਘਰ ਵਿੱਚ ਕਿਸੇ ਜੀਅ ਨੂੰ, ਤੁਹਾਡੇ ਪਰਿਵਾਰ ਦੇ ਵਿੱਚ ਹੀ ਲੱਗਦਾ ਹੈ ਤੁਹਾਨੂੰ ਕਿ ਕਿਸੇ ਵੀ ਜੀਅ ਨੂੰ ਜਾਂ ਤੁਹਾਨੂੰ ਲੱਛਣ ਜਿਹੜੇ ਦੱਸੇ ਜਾ ਰਹੇ ਨੇ ਕਿ ਬੁਖਾਰ ਹੈ, ਜ਼ੁਕਾਮ ਹੈ, ਛਿੱਕਾਂ, ਸਰੀਰ ਦੁਖਦਾ ਹੈ, ਗਲਾ ਖਰਾਬ ਹੋ ਰਿਹਾ, ਕਿ ਇਹੋ ਜਿਹੇ ਕੋਈ ਵੀ ਲੱਛਣ ਆ ਗਏ ਆ, ਅਤੇ ਉਦੋਂ ਘਰ ਵਿੱਚ ਵੀ ਕੋਸ਼ਿਸ਼ ਕਰੋ ਕਿ ਜ਼ਿਆਦਾ ਤੋਂ ਜ਼ਿਆਦਾ ਟਾਈਮ ਮਾਸਕ ਪਾਓ, ਖਾਸ ਕਰਕੇ ਜਦੋਂ ਤੁਸੀਂ ਪਰਿਵਾਰ ਦੇ ਦੂਸਰੇ ਮੈਂਬਰਾਂ ਦੇ ਸੰਪਰਕ ਵਿੱਚ ਆਉਂਦੇ ਹੋ, ਉਹਨਾਂ ਨਾਲ ਗੱਲਬਾਤ ਕਰਦੇ ਹੋ, ਉੱਠਦੇ ਬੈਠਦੇ ਹੋ। ਹਾਂ, ਤੁਸੀਂ ਆਪਣੇ ਕਮਰੇ ਦੇ ਵਿੱਚ ਇਕੱਲੇ ਮਾਸਕ ਲਾ ਕੇ ਰੱਖ ਸਕਦੇ ਹੋ। ਜੇ ਪਰਿਵਾਰ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਾਰੇ ਜਣੇ ਤੰਦਰੁਸਤ ਹੋ, ਬਾਹਰ ਨਹੀਂ ਆ ਜਾ ਰਿਹਾ, ਬਹੁਤ ਘੱਟ ਮਤਲਬ ਤੁਹਾਡਾ ਬਾਹਰ ਦਾ ਹੈ ਦੂਸਰੇ ਲੋਕਾਂ ਦੇ ਸੰਪਰਕ ਵਿੱਚ ਆਉਣ ਦਾ ਸੰਭਾਵਨਾ ਜਿਹੜੀ ਉਹ ਘੱਟ ਹੈ, ਅਤੇ ਫਿਰ ਤੁਸੀਂ ਘਰ ਵਿੱਚ ਵੀ ਮਾਸਕ ਲਾ ਕੇ ਰੱਖ ਸਕਦੇ ਹੋ। ਤੁਸੀਂ ਘਰ ਤੋਂ ਬਾਹਰ ਨਿਕਲਣ ਲੱਗਿਆ ਮਾਸਕ ਪਾਓ। ਆਪਣੇ ਜ਼ਰੂਰੀ ਕਿਸੇ ਕੰਮ ਕਾਰ 'ਤੇ ਜਾ ਰਹੇ ਹੋ ਜਾਂ ਆਪਣੇ ਆਫਿਸ 'ਚ ਜਾ ਰਹੇ ਹੋ, ਜਿਵੇਂ ਕਿ ਅਸੀਂ ਜੋ ਨਰਸਿੰਗ ਕਾਲਜਸ ਨੇ ਜਾਂ ਮੈਡੀਕਲ ਕਾਲਜਸ ਨੇ, ਉਹ ਕੋਈ ਬੰਦ ਨਹੀਂ, ਅਸੀਂ ਰੋਜ਼ਾਨਾ ਆਪਣੀ ਡਿਊਟੀ 'ਤੇ ਆ ਰਹੇ ਹਾਂ, ਅਤੇ ਆਪਣੇ ਆਫਿਸ ਦੇ ਵਿੱਚ ਅਸੀਂ ਮਾਸਕ ਲਾ ਕੇ ਰੱਖ ਸਕਦੇ ਹਾਂ। ਠੀਕ ਹੈ ਜੀ। ਹਾਂ, ਮਾਸਕ ਜਦੋਂ ਦੂਸਰੇ ਜਣੇ ਦੇ ਨਾਲ ਤੁਸੀਂ ਗੱਲਬਾਤ ਕਰਨੀ ਆ, ਦੂਸਰੇ ਦੇ ਕੋਲ ਉੱਠਣਾ ਹੈ, ਬੈਠਣਾ ਹੈ, ਖਲੋਣਾ ਹੈ, ਅਤੇ ਫਿਰ ਮਾਸਕ ਜਿਹੜਾ ਵਾ ਉਹ ਜ਼ਰੂਰ ਪਾਓ। ਬੇਹੱਦ ਜ਼ਰੂਰੀ ਹੈ ਜੀ ਮਾਸਕ ਪਾ ਕੇ ਰੱਖਣਾ। ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਹੱਥ ਵਾਰ-ਵਾਰ ਧੋਣੇ ਆ, ਸੈਨੀਟਾਈਜ਼ ਕਰੋ। ਠੀਕ ਹੈ ਜੀ, ਜਿੰਨੀ ਵਾਰ ਵੀ ਤੁਸੀਂ, ਕਿਉਂਕਿ ਇਹ ਉਹ ਵਾਇਰਸ ਆ ਜਿਹੜਾ, ਹਾਂ, ਡਰੋਪਲੇਟਸ ਜਿਹੜੀਆਂ ਸਾਡੇ ਮੂੰਹ 'ਚੋਂ ਟਿਕਣ ਵਾਲਾ ਪਾਣੀ ਹੈ, ਥੁੱਕ ਹੈ, ਸਲਾਈਵਾ, ਉਹਦਾ ਰਾਹੀਂ ਤਾਂ ਫੈਲਦਾ ਹੀ ਫੈਲਦਾ ਹੈ, ਪਰ ਇਹ ਵਾਇਰਸ ਹੋਰਨਾਂ ਜਿਹੜੀਆਂ ਸਰਫੇਸਿਸ ਨੇ, ਸਤਹ ਆ, ਉਹਦੇ 'ਤੇ ਵੀ ਇਹਦੇ ਜਿਉਂਦੇ ਰਹਿਣ ਦੀ ਕਾਫੀ ਟਾਈਮ ਤੱਕ, ਅਤੇ ਉਸ ਸਰਫੇਸ ਤੋਂ ਫੈਲਣ ਦੀ ਜਿਹੜੀ ਸਮਰੱਥਾ ਉਹ ਵੀ ਇਸ ਵਾਇਰਸ ਦੇ ਵਿੱਚ ਹੈ। ਇਸ ਲਈ ਆਪਣੇ ਹੱਥਾਂ ਨੂੰ ਵਾਰ-ਵਾਰ ਸੈਨੀਟਾਈਜ਼ ਕਰਦੇ ਰਹੋ, ਕਿਉਂਕਿ ਕੋਈ ਪਤਾ ਨਹੀਂ ਹੈ ਕਿਸ ਸਰਫੇਸ ਦੇ ਉੱਤੇ ਕਿਸ ਨੇ ਜਿਹੜਾ ਉਹਨੂੰ ਛੂਹਿਆ ਹੋਵੇ, ਟੱਚ ਕੀਤਾ ਹੋਵੇ, ਅਤੇ ਇਹ ਵਾਇਰਸ ਉੱਥੇ ਪਿਆ ਹੋਵੇ।
ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਹੱਥਾਂ ਨੂੰ ਵਾਰ-ਵਾਰ ਸੈਨੀਟਾਈਜ਼ ਕਰਦੇ ਰਹੋ। ਤਾਂ ਇਸ ਦੇ ਨਾਲ ਇਹ ਸਭ ਨਾਲ ਇਹ ਤਾਂ ਬੇਹੱਦ ਜ਼ਰੂਰੀ ਹੈ ਕਿ ਘਰ ਵਿੱਚੋਂ ਬਾਹਰ ਉਦੋਂ ਹੀ ਨਿਕਲੋ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਬਿਨਾਂ ਵਜ੍ਹਾ ਦੇ ਵਿੱਚ ਆਉਂਦਾ ਕਿ ਬੈਠੇ ਬੈਠੇ ਸੋਚਿਆ ਚਲੋ ਸੈਰ ਕਰ ਆਈਏ, ਪਾਰਕ 'ਚ ਘੁੰਮ ਆਈਏ, ਇਸ ਤਰ੍ਹਾਂ ਜਿਹੜਾ ਵਾ ਉਹ ਨਹੀਂ ਕਰਨਾ। ਠੀਕ ਹੈ, ਆਪਣਾ ਸਕੂਟਰ ਮੋਟਰਸਾਈਕਲ ਚੱਕਿਆ ਜਾਂ ਉਵੇਂ ਬਾਜ਼ਾਰ 'ਚ ਗੇੜਾ ਦੇ ਆਈਏ, ਵੇਖ ਕੇ ਆਈਏ ਭਲਾ ਕਿਹੜੀਆਂ ਦੁਕਾਨਾਂ ਖੁੱਲ੍ਹੀਆਂ ਹੈ ਨਾ, ਜਾਂ ਕੋਈ ਛੋਟੀ ਜਿਹੀ ਕੋਈ ਘਰ ਵਸਤੂ ਯਾਦ ਆ ਗਈ ਕਿ ਆਹ ਲੈਣ ਵਾਲੀ ਹੈ ਅਤੇ ਉਹ ਲੈਣ ਤੁਰ ਪਓ ਫਟਾਫਟ। ਨਹੀਂ, ਇਸ ਤਰ੍ਹਾਂ ਨਾ ਕਰੋ। ਜੋ ਅਤਿਅੰਤ ਜ਼ਰੂਰੀ ਆ ਉਸ ਟਾਈਮ 'ਤੇ ਬਾਹਰ ਨਿਕਲੋ। ਜਦੋਂ ਅਸੀਂ ਆਪਣੇ ਆਪ ਨਾਲ ਲੋਕਡਾਊਨ 'ਚ ਆਪਣੇ ਆਪ ਨੂੰ ਆਪ ਹੀ ਰੱਖ ਲਵਾਂਗੇ, ਫਿਰ ਸਰਕਾਰ ਨੂੰ ਵੀ ਸ਼ਾਇਦ ਬਿਨਾਂ ਵਜ੍ਹਾ ਦੇ ਲੋਕਡਾਊਨ ਕਰਫਿਊ ਲਾਉਣ ਦੀ ਜ਼ਰੂਰਤ ਨਹੀਂ ਪਏਗੀ। ਠੀਕ ਹੈ ਜੀ। ਹਾਂ, ਹੁਣ ਗੱਲ ਕਰਦੇ ਹਾਂ ਕਿ ਕਰੋਨਾ ਦੇ ਨਾਲ ਤਜਰਬੇ ਦੀ। ਹਾਂਜੀ, ਕਰੋਨਾ ਨੂੰ ਹੰਢਾਇਆ ਹੈ, ਇਹਦੇ ਨਾਲ ਲੜਿਆ ਹੈ ਅਤੇ ਇਹਨੂੰ ਹਰਾਇਆ ਹੈ। ਮੈਂ ਆਪਣੇ ਤਜਰਬੇ ਤੋਂ ਇਹ ਜ਼ਰੂਰ ਤੁਹਾਨੂੰ ਦੱਸਾਂਗੀ ਕਿ ਕਰੋਨਾ ਹੋਣ ਤੋਂ ਪਹਿਲਾਂ ਕੋਈ ਪਤਾ ਨਹੀਂ ਲੱਗਦਾ ਕਿ ਤੁਹਾਡੇ ਅੰਦਰ ਕਰੋਨਾ ਵਾਇਰਸ ਜਿਹੜਾ ਉਹ ਐਂਟਰ ਕਰ ਚੁੱਕਾ। ਕਈ ਦਿਨ, ਕਈ ਵਾਰ ਹਫ਼ਤਾ ਪੂਰਾ, 5-6 ਦਿਨਾਂ ਤੱਕ ਵੀ ਇਹ ਕੋਈ ਲੱਛਣ ਜਿਹੜਾ ਵਾ ਇਸ ਦਾ ਨਜ਼ਰ ਨਹੀਂ ਆਉਂਦਾ, ਨਹੀਂ ਸਮਝ ਲੱਗਦੀ ਕਿ ਕਰੋਨਾ ਵਾਇਰਸ ਜਿਹੜਾ ਵਾ ਉਹ ਤੁਹਾਡੇ ਅੰਦਰ ਐਂਟਰ ਕਰ ਚੁੱਕਾ। ਜਦੋਂ ਤੁਹਾਨੂੰ ਲੱਛਣ ਆਉਣੇ ਸ਼ੁਰੂ ਹੁੰਦੇ ਆ ਉਦੋਂ ਤੱਕ ਕਈ ਵਾਰ ਬਹੁਤ ਜ਼ਿਆਦਾ ਟਾਈਮ ਜਿਹੜਾ ਉਹ ਨਿਕਲ ਚੁੱਕਾ ਹੁੰਦਾ ਕਿ ਤੁਸੀਂ ਆਪਣੇ ਕਿਸੇ ਨਾਲ ਦੇ ਨੂੰ ਵੀ ਇਨਫੈਕਟਡ ਕਰ ਚੁੱਕੇ ਹੁੰਦੇ ਹੋ, ਕਿਉਂਕਿ ਇਸ ਦਾ ਟਾਈਮ ਸਿਰ 'ਤੇ ਪਤਾ ਹੀ ਨਹੀਂ ਲੱਗਦਾ ਕਿ ਤੁਹਾਡੇ ਅੰਦਰ ਐਂਟਰ ਕਰ ਗਿਆ। ਇਸੇ ਤਰ੍ਹਾਂ ਮੇਰੇ ਨਾਲ ਹੋਈ। ਮੈਂ 5 ਅਪ੍ਰੈਲ ਨੂੰ ਸੋਮਵਾਰ ਵਾਲੇ ਦਿਨ ਆਪਣਾ ਕਾਲਜ ਆਈ। ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਸੀ, ਨਾ ਹੀ ਸਰੀਰਕ ਤੌਰ 'ਤੇ ਕੋਈ ਇਸ ਤਰ੍ਹਾਂ ਦਾ ਕੋਈ ਲੱਛਣ ਮੈਨੂੰ ਸਮਝ ਲੱਗ ਰਿਹਾ ਸੀਗਾ ਕਿ ਮੈਂ ਬਿਮਾਰ ਹੋ ਜਾ ਰਹੀ ਹਾਂ ਕੁਝ ਘੰਟਿਆਂ ਬਾਅਦ ਹੀ। ਕਾਲਜ ਬੈਠਿਆਂ ਹੀ ਕੋਈ 1-1:30 ਵਜੇ ਦੇ ਲਾਗੇ ਬੰਨੇ ਬਿਲਕੁਲ ਹਲਕੀ ਜਿਹੀ ਗਲੇ ਦੇ ਵਿੱਚ ਖਾਰਿਸ਼ ਹੁੰਦੀ ਹੈ। ਅਤੇ ਪਹਿਲਾਂ ਤਾਂ ਜਿਵੇਂ ਸ਼ਾਇਦ ਮੈਂ ਇਸ ਚੀਜ਼ ਨੂੰ ਅਣਗੌਲਿਆਂ ਕਰ ਦਿੱਤਾ, ਇਹਨੂੰ ਕੋਈ ਖਾਸ ਲਿਆ ਹੀ ਨਹੀਂ। ਵੀ ਕਈ ਵਾਰ ਚਲੋ ਕੋਈ ਦਹੀਂ ਖੱਟਾ ਖਾਧਾ ਗਿਆ ਜਾਂ ਕੋਈ ਹੋਰ ਚੀਜ਼ ਅਸੀਂ ਖੱਟੀ ਖਾ ਲੈਂਦੇ ਹਾਂ ਅਤੇ ਥੋੜ੍ਹੀ ਦੇਰ ਲਈ ਹਲਕੀ ਜਿਹੀ ਖਾਰਿਸ਼ ਹੋ ਕੇ ਹਟ ਜਾਂਦੀ ਹੈ ਗਲੇ ਦੇ ਵਿੱਚ। ਇਸੇ ਤਰ੍ਹਾਂ ਨਾਲ ਮੇਰੇ ਨਾਲ ਹੋਇਆ। ਪਹਿਲਾਂ ਤਾਂ ਮੈਂ ਇਸ ਚੀਜ਼ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਪਰ 2-2:15 ਵਜੇ ਦੇ ਕਰੀਬ ਮੈਨੂੰ ਬੁਖਾਰ ਆਉਣਾ ਸ਼ੁਰੂ ਹੋ ਗਿਆ ਅਤੇ 15-20 ਮਿੰਟਾਂ ਦੇ ਅੰਦਰ ਹੀ ਉਹ ਜੋ ਬੁਖਾਰ ਸੀਗਾ ਉਹ ਬਹੁਤ ਜ਼ਿਆਦਾ ਤੇਜ਼ ਹੋ ਗਿਆ। ਮੈਂ ਚੈੱਕ ਕੀਤਾ ਤਾਂ 100 ਤੋਂ ਉੱਪਰ ਫੀਵਰ ਸੀ। 3 ਵਜੇ ਕਾਲਜ ਤੋਂ ਛੁੱਟੀ ਹੁੰਦੀ ਹੈ। 3 ਵਜੇ ਤੱਕ ਆਪਣੇ ਆਪ ਨੂੰ ਮੈਂ ਇੱਥੇ ਕਾਲਜ ਹੀ ਸੰਭਾਲਿਆ। ਮੇਰੇ ਕੋਲ ਜੋ ਐਂਟੀਬਾਇਓਟਿਕ ਪਰਸ ਦੇ ਵਿੱਚ ਜਿਵੇਂ ਆਮ ਅਸੀਂ ਛੋਟੀ ਮੋਟੀਆਂ ਰੱਖੀਆਂ ਹੁੰਦੀਆਂ, ਐਡਵਿਲ ਨਾਂ ਦੀ ਗੋਲੀ ਸੀਗੀ, ਉਹ ਖਾਧੀ ਅਤੇ 3 ਵਜੇ ਮੈਂ ਘਰ ਗਈ ਹਾਂ। ਘਰ ਜਾਣ ਤੋਂ ਬਾਅਦ ਫਿਰ ਬਹੁਤ ਜ਼ਿਆਦਾ ਬੁਖਾਰ ਆ। ਫਿਰ ਉਸ ਬੁਖਾਰ ਦਾ ਇੰਨਾ ਜ਼ਿਆਦਾ ਵੱਧ ਜਾਣਾ, 102 ਤੱਕ ਰੀਡਿੰਗ ਦਾ ਚਲੇ ਜਾਣਾ, ਉਹਨੇ ਮੈਨੂੰ ਥੋੜ੍ਹਾ ਜਿਹਾ ਇਸ ਚੀਜ਼ ਲਈ ਸੋਚਣ ਲਈ ਮਜਬੂਰ ਕੀਤਾ ਕਿ ਹਾਂ, ਮੇਰੇ ਗਲੇ ਵਿੱਚ ਖਾਰਿਸ਼ ਵੀ ਹੋ ਰਹੀ ਸੀ, ਇਹ ਸ਼ਾਇਦ ਕਰੋਨਾ ਦੇ ਸਿੰਪਟਮ ਨਾ ਹੋਵੇ। ਉਸੇ ਵਕਤ ਮੈਂ ਬੱਚਿਆਂ ਨੂੰ, ਜਿਹੜਾ ਆਪਣੇ ਤੋਂ ਛੋਟਾ ਬੱਚਾ ਮੇਰਾ 7 ਮਹੀਨੇ ਦਾ, ਉਹਨੂੰ ਤਾਂ ਦੂਰ ਨਹੀਂ ਕਰ ਸਕਦੀ ਸੀਗੀ। ਬੇਟੀ 7 ਸਾਲ ਦੀ ਹੈ, ਉਹਨੂੰ ਜ਼ਰੂਰ ਮੈਂ ਹਦਾਇਤ ਦਿੱਤੀ ਆਪਣੇ ਹਸਬੈਂਡ ਨੂੰ ਅਤੇ ਬੇਟੀ ਨੂੰ ਕਿ ਤੁਸੀਂ ਦੂਸਰੇ ਕਮਰੇ ਦੇ ਵਿੱਚ ਚਲੇ ਜਾਓ, ਮੇਰੇ ਕੋਲ ਨਾ ਆਓ। ਅਤੇ ਅਗਲੀ ਸਵੇਰ ਚੜ੍ਹਦੇ ਨਾਲ ਹੀ ਮੈਨੂੰ ਪਤਾ ਗੌਰਮੈਂਟ ਤੋਂ 2-3 ਦਿਨ ਲੱਗ ਜਾਂਦੇ ਆ ਰਿਪੋਰਟ ਆਉਣ ਦੇ, ਅਤੇ ਮੈਂ ਦੇਰੀ ਨਾ ਹੋ ਜਾਵੇ ਇਸ ਡਰ ਤੋਂ ਮੈਂ ਪ੍ਰਾਈਵੇਟ SRL ਲੈਬ ਤੋਂ ਹੀ ਆਪਣਾ ਟੈਸਟ ਕਰਾ ਲਿਆ, ਜੋ ਸ਼ਾਮ ਨੂੰ ਰਿਪੋਰਟ ਵੀ ਆ ਗਈ ਅਤੇ ਸੱਚਮੁੱਚ ਹੀ ਮੈਂ ਕਰੋਨਾ ਪੋਜ਼ੀਟਿਵ ਨਿਕਲੀ। ਉਦੋਂ ਤੱਕ ਤਾਂ ਫਿਰ ਸਰੀਰ ਜਿਹੜਾ ਉਹ ਹੋਰ ਜ਼ਿਆਦਾ ਦਰਦਨਾਕ ਹਾਲਾਤਾਂ ਦੇ ਵਿੱਚੋਂ ਮੈਂ ਨਿਕਲ ਰਹੀ ਸੀਗੀ। ਬੁਖਾਰ ਵੀ ਨਹੀਂ ਟੁੱਟ ਰਿਹਾ ਸੀਗਾ ਅਤੇ ਬਹੁਤ ਜ਼ਿਆਦਾ ਬੁਰੀ ਹਾਲਤ ਜਿਹੜੀ ਉਹ ਹੋ ਚੁੱਕੀ ਸੀਗੀ।
ਰਿਪੋਰਟ ਪੋਜ਼ੀਟਿਵ ਹੋਣ ਤੋਂ ਬਾਅਦ ਸ਼ਾਇਦ ਇਹ ਸਾਈਕੋਲੋਜੀਕਲ ਵੀ ਥੋੜ੍ਹਾ ਜਿਹਾ ਅਸਰ ਹੋਇਆ ਕਿ ਜਦੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਇਸ ਬਿਮਾਰੀ ਤੋਂ ਪੀੜਤ ਹਾਂ, ਅਤੇ ਸ਼ਾਇਦ ਉਹ ਸਿੰਪਟਮ ਜਿਹੜੇ ਥੋੜ੍ਹੇ ਬਹੁਤੇ ਲੱਛਣ ਛੁਪੇ ਹੋਏ ਹੁੰਦੇ ਨੇ ਉਹ ਵੀ ਬਾਹਰ ਆ ਜਾਂਦੇ ਨੇ। ਫਿਰ ਮੈਨੂੰ ਸਾਹ ਲੈਣ 'ਚ ਵੀ ਪ੍ਰੋਬਲਮ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਗਈ, ਕਿ ਜਾਂ ਸ਼ਾਇਦ ਉਦੋਂ ਤੱਕ ਹੋਣੀ ਸੀਗੀ, ਮੰਗਲਵਾਰ ਦੀ ਰਾਤ ਤੱਕ ਇਹ ਜਿਹੜੀ ਮੁਸ਼ਕਿਲ ਆ ਇਹ ਆਉਣੀ ਸ਼ੁਰੂ ਹੋ ਗਈ। ਪਰ ਮੈਂ ਆਪਣੇ ਕਿਸੇ ਜਾਣਕਾਰ ਡਾਕਟਰ ਨੂੰ ਦੱਸ ਦਿੱਤਾ ਕਿ ਮੈਂ ਕਰੋਨਾ ਪੋਜ਼ੀਟਿਵ ਹਾਂ, ਅਤੇ ਉਹਨਾਂ ਨੇ ਮੈਨੂੰ ਜੋ ਇਹਦੀਆਂ ਮੈਡੀਸਨ ਜਿਹੜੀਆਂ ਚੱਲ ਰਹੀਆਂ ਨੇ, ਜੋ ਅਪਰੂਵਡ ਨੇ, ਉਹ ਦੇ ਦਿੱਤੀਆਂ ਸੀਗੀਆਂ, ਅਤੇ ਉਹ ਮੈਂ ਸ਼ੁਰੂ ਕਰ ਦਿੱਤੀਆਂ ਸੀ। ਉਸੇ ਰਾਤ ਹੀ ਜਾ ਕੇ ਮਤਲਬ ਹਸਬੈਂਡ ਮੇਰੇ ਲੈ ਆਏ ਸੀਗੇ, ਅਤੇ ਉਹ ਮੈਂ ਨਾਲ ਹੀ ਜਿਹੜਾ ਆਪਣਾ ਸ਼ੁਰੂ ਕਰ ਦਿੱਤਾ ਸੀਗੀ, ਉਹਦੇ ਵਿੱਚ ਕੋਈ ਦੇਰੀ ਨਹੀਂ ਕੀਤੀ। ਅਤੇ ਦਵਾਈਆਂ ਜਿਹੜੀਆਂ ਨੇ ਉਹ ਬਹੁਤ ਸਾਰੀਆਂ ਖਾਣੀਆਂ ਪੈਂਦੀਆਂ ਨੇ, ਕਿਉਂਕਿ ਹਾਲ ਦੀ ਘੜੀ ਤੱਕ ਕਰੋਨਾ ਵਾਇਰਸ ਨਾਂ ਦੀ ਸੱਚਮੁੱਚ ਹੀ ਕੋਈ ਦਵਾਈ ਨਹੀਂ ਆਈ, ਠੀਕ ਹੈ। ਪਰ ਇਹ ਵਾਇਰਸ ਇਹਦਾ ਕੰਮ ਹੈ ਵਾਇਰਸ ਦਾ, ਸਾਡੇ ਸਰੀਰ ਅੰਦਰ ਜਿਹੜੇ ਬਾਹਰੋਂ ਐਂਟਰ ਹੋਣ ਵਾਲੇ, ਦਾਖਲ ਹੋਣ ਵਾਲੇ ਹੋਰ ਜਿਹੜੇ ਜੀਵਾਣੂ, ਕੀਟਾਣੂ, ਵਿਸ਼ਾਣੂ ਹੈ, ਉਹਨਾਂ ਨਾਲ ਲੜਨਾ। ਇਹ ਸਰੀਰ ਦੇ ਅੰਦਰ ਸਾਡੇ ਇੱਕ ਖਾਸ ਤਰ੍ਹਾਂ ਦੇ ਸੈੱਲ ਪਾਏ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਇਮਿਊਨ ਸੈੱਲਸ ਕਹਿੰਦੇ ਹਾਂ, ਜਿਹੜੀ ਸਾਡੀ ਇਮਿਊਨਿਟੀ ਪਾਵਰ ਬਣਾਉਂਦੇ ਆ। ਇਮਿਊਨਿਟੀ ਕੀ ਹੁੰਦੀ ਹੈ? ਸਰੀਰ ਦੀ ਹੋਰਨਾਂ ਬਿਮਾਰੀਆਂ ਦੇ ਨਾਲ ਲੜਨ ਦੀ ਬਾਹਰੋਂ ਸ਼ਕਤੀ ਜਿਹੜੀ ਆ, ਬਿਮਾਰੀਆਂ ਨਾਲ ਟੱਕਰ ਲੈਣ ਦੀ। ਅਤੇ ਇਹ ਉਹਨਾਂ ਸੈੱਲਸ ਦੇ ਉੱਤੇ ਹੀ ਅਟੈਕ ਕਰਦੇ ਨੇ ਆ ਕੇ। ਉਹ 3-4 ਤਰ੍ਹਾਂ ਦੇ ਸੈੱਲ ਸਾਡੇ ਸਰੀਰ ਦੇ ਅੰਦਰ ਹੁੰਦੇ ਨੇ, ਟੀ ਸੈੱਲਸ, ਹੈਲਪਰ ਸੈੱਲਸ, ਫਿਰ ਲਿੰਫ ਨੋਡਸ ਦੇ ਉੱਪਰ ਵੀ ਜਿਹੜੇ ਨੇ ਉਹ ਵੀ, ਅਤੇ ਇਹਨਾਂ ਸੈੱਲ ਜਿਹੜੇ ਪਾਏ ਜਾਂਦੇ ਨੇ। ਅਤੇ ਇਹਨਾਂ ਦੇ ਜਿਹੜਾ ਸੈੱਲ ਸਰੀਰ ਜਿਹੜਾ ਪੈਦਾ ਕਰਦਾ, ਜਾਂ ਤਾਂ ਲਿੰਫ ਨੋਡਸ ਤੋਂ ਕਰਦਾ, ਜਾਂ ਜ਼ਿਆਦਾਤਰ ਬੋਨ ਮੈਰੋ ਤੋਂ ਇਹ ਸੈੱਲ ਜਿਹੜੇ ਨੇ ਪੈਦਾ ਹੁੰਦੇ ਨੇ। ਅਤੇ ਇਹ ਵਾਇਰਸ ਉੱਥੇ ਹੀ ਅਟੈਕ ਕਰਦਾ। ਜਦੋਂ ਵੀ ਉਹਨਾਂ ਸੈੱਲਸ ਨੂੰ ਜਿਹੜੀ ਫੌਜ ਸਾਡੇ ਸਰੀਰ ਦੀ ਆ, ਜਿਹਨੇ ਸਾਡੇ ਸਰੀਰ ਦੀ ਰੱਖਿਆ ਦੇ ਲਈ ਲੜਨਾ, ਇਹ ਅਟੈਕ ਹੀ ਉਹਨਾਂ 'ਤੇ ਕਰਦਾ, ਠੀਕ ਹੈ ਜੀ। ਅਤੇ ਜਦੋਂ ਇਹ ਉਹਨਾਂ ਨੂੰ ਕਮਜ਼ੋਰ ਕਰ ਦਿੰਦਾ, ਅਤੇ ਫਿਰ ਉਹਨਾਂ ਦੇ ਕਮਜ਼ੋਰ ਹੋਣ ਤੋਂ ਬਾਅਦ ਹੋਰ ਬਹੁਤ ਸਾਰੀਆਂ ਇਨਫੈਕਸ਼ਨਸ ਹੋਣ ਦਾ ਜਿਹੜਾ ਖਤਰਾ ਉਹ ਵੱਧ ਜਾਂਦਾ। ਜਿਵੇਂ ਬੈਕਟੀਰੀਅਲ ਇਨਫੈਕਸ਼ਨ ਹੋ ਸਕਦੀ ਆ, ਫੰਗਲ ਇਨਫੈਕਸ਼ਨ ਹੋ ਸਕਦੀ ਆ, ਹੋਰ ਪੈਰਾਸਾਈਟਸ ਕੋਈ ਜਿਹੜਾ ਜੇ ਇੱਕ ਸਰੀਰ ਦੇ ਅੰਦਰ ਕਿਤੇ ਪਿਆ ਹੋਵੇ, ਜਿਸ ਤੋਂ ਅਸੀਂ ਅਜੇ ਤੱਕ ਅਣਜਾਣ ਸੀ, ਉਹਦਾ ਅਟੈਕ ਜਿਹੜਾ ਵਾ ਉਹਨੂੰ ਇਹ ਹੋਰ ਜ਼ਿਆਦਾ ਵਧਾ ਸਕਦਾ ਇਹ ਵਾਇਰਸ। ਕਿਉਂਕਿ ਜਿੰਨਾ ਫੌਜੀਆਂ ਨੇ ਲੜਾਈ ਕਰਨੀ ਸੀਗੀ, ਜਿਹੜੇ ਸਾਡੇ ਅੰਦਰ ਸਾਡੀ ਰੱਖਿਆ ਕਰਨ ਦੇ ਲਈ ਪਰਮਾਤਮਾ ਨੇ ਸੈੱਲ ਬਣਾਏ, ਇਹ ਉਹਨਾਂ ਸੈੱਲਾਂ ਨੂੰ ਕਮਜ਼ੋਰ ਕਰ ਦਿੰਦਾ ਜਾਂ ਖ਼ਤਮ ਕਰ ਦਿੰਦਾ, ਠੀਕ ਹੈ ਜੀ। ਅਤੇ ਜਦੋਂ ਖ਼ਤਮ ਕਰਨ ਤੱਕ ਲੈ ਆਉਂਦਾ ਵਾਇਰਸ, ਕਿਉਂਕਿ ਇਸ ਵਾਇਰਸ ਦੀ ਜਿਹੜੀ ਆਦਤ ਹੈ, ਜੋ ਇਹਦੀ ਹੈ, ਕੋਈ ਵੀ ਵਾਇਰਸ ਹੋਵੇ ਦੁਨੀਆ ਦਾ, ਉਹ ਕਿਸੇ ਨਾ ਕਿਸੇ ਹੋਸਟ ਸੈੱਲ ਦੇ ਅੰਦਰ ਐਂਟਰ ਕਰਦਾ, ਅਤੇ ਉਹਦੇ ਅੰਦਰ ਐਂਟਰ ਕਰਨ ਤੋਂ ਬਾਅਦ ਉਹਦੇ ਜੀਨੋਮ ਸਟਰਕਚਰ ਤੋਂ ਹੀ ਹੈਲਪ ਲੈ ਕੇ ਆਪਣੀ ਜਿਹੜੀ ਸੰਖਿਆ ਉਹ ਵਧਾਉਂਦਾ ਹੈ। ਵਾਇਰਸ ਨੇ ਆਕਾਰ ਦੇ ਤੌਰ 'ਤੇ ਵੱਡਾ ਨਹੀਂ ਹੋਣਾ ਹੁੰਦਾ, ਪਰ ਇਹਦਾ ਭੋਜਨ ਪ੍ਰੋਟੀਨ ਹੈ ਜਿਹੜੀ ਸੈੱਲਸ ਤੋਂ ਲੈਂਦਾ ਹੈ, ਅਤੇ ਉਹ ਲੈ ਕੇ ਇਹ ਆਪਣੀ ਗਿਣਤੀ ਵਧਾਉਂਦਾ ਹੈ, ਨਾ ਕਿ ਆਪਣਾ ਆਕਾਰ ਵਧਾਉਂਦਾ ਹੈ। ਇਹ ਉਸ ਖੁਰਾਕ ਨੂੰ ਲੈਣ ਤੋਂ ਬਾਅਦ ਆਪਣੀ ਗਿਣਤੀ ਵਧਾਉਂਦਾ ਹੈ। ਜਿਵੇਂ ਜਿਵੇਂ ਇਹਦੀ ਗਿਣਤੀ ਵੱਧਦੀ ਜਾਂਦੀ ਆ, ਉਵੇਂ ਉਹਨੇ ਜ਼ਿਆਦਾ ਜਿਹੜੇ ਸਾਡੇ ਸੈੱਲਸ ਨੇ ਉਹਨਾਂ ਦੇ ਅੰਦਰ ਐਂਟਰ ਕਰਦਾ, ਉਹਨਾਂ 'ਤੇ ਅਟੈਕ ਕਰਦਾ, ਅਤੇ ਉਹਨਾਂ ਸੈੱਲਸ ਨੂੰ ਬਿਮਾਰ ਕਰ ਦਿੰਦਾ, ਖ਼ਤਮ ਕਰ ਦਿੰਦਾ, ਠੀਕ ਹੈ ਜੀ। ਇਸੇ ਕਰਕੇ ਹੀ ਜਿਹੜਾ ਇਨਸਾਨ ਪਹਿਲਾਂ ਹੀ ਕਿਸੇ ਬਿਮਾਰੀ ਤੋਂ ਪੀੜਤ ਹੁੰਦਾ, ਉਹਨੂੰ ਜਦੋਂ ਕਰੋਨਾ ਰਿਪੋਰਟ ਦੀ ਪੋਜ਼ੀਟਿਵ ਆਉਂਦੀ ਹੈ, ਜਾਂ ਕਿਸੇ ਕਾਰਨ ਕਰਕੇ ਉਹ ਕਰੋਨਾ ਪੋਜ਼ੀਟਿਵ ਹੋ ਜਾਂਦਾ, ਉਹਨੂੰ ਇਨਫੈਕਸ਼ਨ ਹੋ ਜਾਂਦੀ ਆ, ਉਹਦੇ ਠੀਕ ਹੋਣ ਦੀ ਪੋਸੀਬਿਲਿਟੀ ਘੱਟ ਜਾਂਦੀ ਹੈ, ਕਿਉਂਕਿ ਉਹਦੇ ਇਮਿਊਨ ਸੈੱਲਸ ਆਲਰੇਡੀ ਪਹਿਲਾਂ ਇੱਕ ਦੁਸ਼ਮਣ ਦਾ ਮੁਕਾਬਲਾ ਕਰ ਰਹੇ ਹੁੰਦੇ ਨੇ, ਆਲਰੇਡੀ ਪਹਿਲਾਂ ਇੱਕ ਬਿਮਾਰੀ ਨਾਲ ਲੜ ਰਹੇ ਹੁੰਦੇ ਨੇ, ਅਤੇ ਉੱਪਰੋਂ ਜਦੋਂ ਕਰੋਨਾ ਵਾਇਰਸ ਦੀ ਐਂਟਰੀ ਹੁੰਦੀ ਆ, ਅਤੇ ਇਹ ਉਹਨਾਂ ਨੂੰ ਹੋਰ ਜ਼ਿਆਦਾ ਕਮਜ਼ੋਰ ਕਰ ਦਿੰਦਾ, ਉਹਨਾਂ ਨੂੰ ਸ਼ਕਤੀਹੀਨ ਕਰ ਦਿੰਦਾ, ਅਤੇ ਫਿਰ ਕਰੋਨਾ ਦੀ ਪ੍ਰੈਜ਼ੈਂਸ ਦੇ ਵਿੱਚ, ਹਾਜ਼ਰੀ ਦੇ ਵਿੱਚ ਜਿਹੜੀ ਪਹਿਲੀ ਬਿਮਾਰੀ ਹੁੰਦੀ ਆ, ਉਹ ਆਪਣਾ ਅਟੈਕ ਕਰ ਦਿੰਦੀ ਹੈ, ਜਿਸ ਕਰਕੇ ਬੰਦੇ ਦੀ ਜਾਨ ਜਿਹੜੀ ਉਹ ਚਲੀ ਜਾਂਦੀ ਹੈ। ਇਹਨਾਂ ਦੇ ਵਿੱਚ ਜਿਵੇਂ ਡਾਇਬਟਿਕ ਪੇਸ਼ੈਂਟ ਆ ਗਏ, ਜਿਨ੍ਹਾਂ ਨੂੰ ਸ਼ੂਗਰ ਹੈ ਬਹੁਤ ਪੁਰਾਣੀ, ਉਹ ਹੋ ਗਏ, ਜਾਂ TB ਵਾਲੇ ਪੇਸ਼ੈਂਟ, ਜਾਂ ਜਿਨ੍ਹਾਂ ਦੇ ਹੋਰ ਕਿਸੇ ਔਰਗਨ ਦੀ, ਕਿਡਨੀਜ਼ ਦੀ ਪ੍ਰੋਬਲਮ ਚੱਲ ਰਹੀ ਆ, ਲੰਗਸ ਦੀ ਪ੍ਰੋਬਲਮ ਪਹਿਲਾਂ ਤੋਂ ਹੀ ਚੱਲ ਰਹੀ ਆ, ਹਾਰਟ ਪ੍ਰੋਬਲਮਸ ਆ ਜਾਂਦੀਆਂ ਨੇ, ਜਾਂ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਨ੍ਹਾਂ ਤੋਂ ਆਪਾਂ ਪੀੜਤ ਹਾਂ। ਅਤੇ ਸਭ ਤੋਂ ਵੱਡੀ ਬਿਮਾਰੀ ਜਿਹਦੇ 'ਤੇ ਲੱਗਦਾ ਹੈ ਕਿ ਬੰਦਾ ਤਾਂ ਚੰਗਾ ਭਲਾ ਸੀਗਾ, ਬਿਲਕੁਲ ਠੀਕ ਠਾਕ ਸੀ, ਹਸਪਤਾਲ ਗਿਆ,
ਜਾਂ ਉਹਨਾਂ ਨੇ ਕਰੋਨਾ ਪੋਜ਼ੀਟਿਵ ਕਿਹਾ, ਦੂਜੇ ਤੀਜੇ ਦਿਨ ਉਹਦੀ ਮੌਤ ਹੋ ਗਈ। ਅਸੀਂ ਆਪਣੀ ਜਿਹੜੀ ਸਿਹਤਮੰਦ ਆਬਾਦੀ ਹੈ ਨਾ, ਉਹਦਾ ਜੇ ਚੈੱਕ ਕਰਾਈਏ ਤੇ 70% ਦੇ ਲਾਗੇ ਬੰਨੇ ਲੋਕ ਜਿਹੜੇ ਨੇ ਉਹ ਅਨੀਮਿਕ ਆਉਣੇ ਨੇ। ਅਨੀਮਿਕ ਹੁੰਦਾ ਹੈ ਕਿ ਤੁਹਾਡੇ ਖੂਨ ਵਿੱਚ ਲੋਹੇ ਦੀ ਮਾਤਰਾ ਦਾ ਘੱਟ ਹੋਣਾ, ਜਿਹਨੂੰ ਹੀਮੋਗਲੋਬਿਨ ਵੀ ਕਹਿ ਦਿੰਦੇ, HB ਕਿੰਨਾ ਵਾ, ਠੀਕ ਹੈ ਜੀ। ਆਮ ਤੌਰ 'ਤੇ ਇਹ 8 ਦੇ ਲਾਗੇ ਬੰਨੇ 8 ਤੋਂ 10 ਦੇ ਵਿੱਚ ਜਿਹੜਾ ਉਹ ਆਉਂਦਾ, ਅਤੇ ਜੇ ਉਸ ਤੋਂ ਹੇਠਾਂ ਚੱਲੀਏ ਜਿਹਨਾਂ ਨੂੰ ਸੀਵੀਅਰ ਕਹਿ ਸਕਦੇ ਹੋ, 8 ਤੋਂ ਹੇਠਾਂ ਵੀ ਹੋ ਸਕਦਾ। ਲੇਡੀਜ਼ ਦੇ ਵਿੱਚ ਖਾਸ ਕਰਕੇ ਆਉਂਦੇ ਨੇ ਇਹੋ ਜਿਹੇ ਪੇਸ਼ੈਂਟ ਸਾਹਮਣੇ। ਅਤੇ ਹੁਣ ਜਦੋਂ ਉਹਨਾਂ ਨੂੰ ਕਰੋਨਾ ਹੋ ਜਾਂਦਾ ਹੈ, ਤੁਸੀਂ ਮੈਨੂੰ ਦੱਸੋ, ਕਰੋਨਾ ਦਾ ਅਟੈਕ ਜਿਹੜਾ ਇਮਿਊਨ ਸੈੱਲਸ ਤੋਂ ਬਾਅਦ ਜਿਹੜਾ ਕਿਸੇ ਔਰਗਨ 'ਤੇ ਹੋਣਾ, ਉਹ ਨੇ ਸਾਡੇ ਲੰਗਸ, ਫੇਫੜੇ। ਅਤੇ ਫੇਫੜਿਆਂ ਦਾ ਕੰਮ ਕੀ ਆ? ਬਾਹਰੋਂ ਆਕਸੀਜਨ ਨੂੰ ਲੈ ਕੇ ਅਤੇ ਸਾਡੇ ਅੰਦਰ ਖੂਨ ਦੇ ਹਰ ਸੈੱਲ ਤੱਕ ਪਹੁੰਚਾਉਣਾ। ਇੱਕ ਤਾਂ ਦੇਖੋ ਜੀ, ਜਦੋਂ ਇਹ ਫੇਫੜਿਆਂ ਨੂੰ ਕਮਜ਼ੋਰ ਕਰ ਦਿੰਦਾ, ਫੇਫੜੇ ਉਨੀ ਹਵਾ ਅੰਦਰ ਨਹੀਂ ਲੈ ਜਾਣ ਦੇ ਸਮਰੱਥਾ ਰੱਖਦੇ ਜਿੰਨੀ ਉਹ ਨੋਰਮਲ ਲੈ ਕੇ ਜਾ ਰਹੇ ਹੁੰਦੇ ਨੇ। ਮੀਨਸ ਕਿ ਹਵਾ ਘੱਟ ਜਾ ਰਹੀ ਹੈ ਅਤੇ ਆਕਸੀਜਨ ਘੱਟ ਜਾ ਰਹੀ ਹੈ। ਇੱਕ ਤਾਂ ਕਰੋਨਾ ਕਰਕੇ ਘੱਟ ਜਾਣ ਲੱਗ ਪਈ, ਇੱਕ ਪਹਿਲਾਂ ਹੀ ਇਨਸਾਨ ਜਿਹੜਾ ਉਹ ਅਨੀਮਿਕ ਸੀਗਾ, ਉਹਦਾ ਹੀਮੋਗਲੋਬਿਨ ਲੈਵਲ ਘੱਟ ਸੀਗਾ। ਅਤੇ ਹੀਮੋਗਲੋਬਿਨ ਦਾ ਹੀ ਕੰਮ ਹੁੰਦਾ ਫੇਫੜਿਆਂ ਤੋਂ ਆਕਸੀਜਨ ਚੁੱਕ ਕੇ ਸਰੀਰ ਦੇ ਹਰ ਹਿੱਸੇ ਤੱਕ, ਹਰ ਜਿਹੜੀ ਛੋਟੀ ਤੋਂ ਛੋਟੇ ਸੈੱਲ ਆ ਸਾਡੀਆਂ ਉਂਗਲਾਂ ਦੇ ਮਤਲਬ ਜਿਹੜੇ ਟਿਪਸ ਨੇ ਉਹਨਾਂ ਤੱਕ ਲੈ ਕੇ ਜਾਣਾ, ਪੈਰ ਦੇ ਅੰਗੂਠੇ ਤੱਕ ਲੈ ਕੇ ਜਾਣਾ, ਸਿਰ ਦੇ ਹਰ ਮਤਲਬ ਉੱਪਰਲੇ ਹਿੱਸੇ ਤੱਕ ਲੈ ਕੇ ਜਾਣਾ। ਅਤੇ ਜਦੋਂ ਉਹ ਹੀਮੋਗਲੋਬਿਨ ਆਲਰੇਡੀ ਪਹਿਲਾਂ ਘੱਟ ਸੀ, ਆਲਰੇਡੀ ਆਕਸੀਜਨ ਸਪਲਾਈ ਤੁਹਾਡੀ ਘੱਟ ਹੋ ਰਹੀ ਸੀਗੀ, ਤੁਹਾਡੇ ਵਿੱਚ ਪਹਿਲਾਂ ਹੀ ਨੋਰਮਲ ਤੁਸੀਂ ਫੀਲ ਕਰਦੇ ਸੀਗੇ, ਤੁਸੀਂ ਜਲਦੀ ਥੱਕ ਜਾਂਦੇ ਹੋ, ਪੌੜੀਆਂ ਚੜ੍ਹਦੇ ਆ ਤੁਹਾਨੂੰ ਥਕਾਵਟ ਹੁੰਦੀ ਆ, ਤੁਹਾਡਾ ਸਿਰ ਦੁਖਣ ਲੱਗ ਜਾਂਦਾ ਹੈ ਰੋਜ਼, ਹੈ ਨਾ। ਇਹੋ ਜਿਹੀਆਂ ਗੱਲਾਂ ਤਾਂ ਪਹਿਲਾਂ ਹੀ ਤੁਹਾਡੇ 'ਚ ਸੀਗੀਆਂ, ਬਟ ਇਹਨਾਂ ਲੱਛਣਾਂ ਨੂੰ ਤੁਸੀਂ ਹਲਕੇ 'ਚ ਲੈ ਰਹੇ ਸੀ, ਕਿਉਂਕਿ ਇਹ ਲੱਛਣ ਤੁਹਾਨੂੰ ਬਿਮਾਰ ਨਹੀਂ ਕਰਦੇ, ਤੁਹਾਨੂੰ ਮੰਜੇ 'ਤੇ ਨਹੀਂ ਪਾਉਂਦੇ, ਤੁਸੀਂ ਆਪਣੀ ਰੋਜ਼ਮर्रा ਦੀ ਜ਼ਿੰਦਗੀ ਨੂੰ ਉਵੇਂ ਹੀ ਚਾਲੂ ਰੱਖਦੇ ਹੋ। ਪਰ ਜਦੋਂ ਕਰੋਨਾ ਐਂਟਰ ਕੀਤਾ, ਉਦੋਂ ਹੁਣ ਦੋਹਰੀ ਮਾਰ ਪਈ। ਹੁਣ ਆਕਸੀਜਨ ਦੀ ਸਪਲਾਈ ਹੋਰ ਵੀ ਘੱਟ ਗਈ, ਅਤੇ ਉਹ ਹੋਰ ਘਟਣ ਦੇ ਕਰਕੇ ਤੁਹਾਨੂੰ ਆਕਸੀਜਨ ਦੀ ਸਪਲਾਈ ਘਟਣ ਦੇ ਕਰਕੇ ਸਿਰ ਵੀ ਇੱਕਦਮ ਬਹੁਤ ਜ਼ਿਆਦਾ ਦਰਦ ਹੋਏਗਾ, ਸਾਹ ਲੈਣ 'ਚ ਵੀ ਪ੍ਰੋਬਲਮ ਵਧੇਗੀ, ਅਤੇ ਨਾਲ ਦੀ ਨਾਲ ਇਹ ਜਿਹੜੀ ਬਿਮਾਰੀ ਉਹ ਫੈਟਲ ਵੀ ਹੋ ਜਾਏਗੀ। ਇਹ ਤੁਹਾਨੂੰ ਮੌਤ ਦਾ ਖਦਸ਼ਾ ਜਿਹੜਾ ਵਾ ਉਹ ਵੀ ਇਹਨਾਂ ਲੋਕਾਂ ਦੇ ਵਿੱਚ ਵੱਧ ਜਾਂਦਾ, ਠੀਕ ਹੈ ਜੀ। ਇਸ ਕਰਕੇ ਅਫਵਾਹਾਂ ਤੋਂ ਬਚੋ। ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਉਹ ਮੌਤਾਂ ਆਪਾਂ ਕਹਿੰਦੇ ਹਾਂ ਕਿ ਹੁਣ ਸਾਰੀਆਂ ਮੌਤਾਂ ਨੂੰ ਕਰੋਨਾ ਦੇ ਲੇਖੇ ਪਾਇਆ ਜਾ ਰਿਹਾ। ਹਾਂਜੀ, ਕਰੋਨਾ ਦੇ ਲੇਖੇ ਸੱਚ ਪਾਇਆ ਜਾ ਰਿਹਾ, ਸਹੀ ਪਾਇਆ ਜਾ ਰਿਹਾ। ਬੇਸ਼ੱਕ ਇਹਨਾਂ ਦੇ ਵਿੱਚੋਂ 90% ਲੋਕ ਜਿਹੜੇ ਨੇ ਉਹ ਦੂਸਰੀਆਂ ਬਿਮਾਰੀਆਂ ਵਾਲੇ ਨੇ, ਪਰ ਉਹ ਦੂਸਰੀਆਂ ਬਿਮਾਰੀਆਂ ਨਾਲ ਜੂਝ ਰਹੇ ਸੀਗੇ, ਲੜ ਰਹੇ ਸੀਗੇ। ਹੁਣ ਉਹਨਾਂ ਦੀ ਮੌਤ ਦਾ ਕਾਰਨ ਜਿਹੜਾ ਵਾ ਇਮੀਡੀਏਟ ਉਹ ਕਰੋਨਾ ਬਣਿਆ। ਕਰੋਨਾ ਐਂਟਰ ਨਾ ਕਰਦਾ, ਇਹ ਵਾਇਰਸ ਅੰਦਰ ਨਾ ਜਾਂਦਾ, ਸਰੀਰ ਦੇ ਬਿਮਾਰੀਆਂ ਨਾਲ ਲੜਨ ਵਾਲੇ ਸੈੱਲਾਂ ਨੂੰ ਹੋਰ ਜ਼ਿਆਦਾ ਕਮਜ਼ੋਰ ਨਾ ਕਰਦਾ, ਤਾਂ ਸ਼ਾਇਦ ਬੰਦਾ ਜਿਵੇਂ ਪਹਿਲਾਂ ਆਪਣੀ ਬਿਮਾਰੀ ਨਾਲ ਲੜ ਰਿਹਾ ਸੀ, ਉਵੇਂ ਕੁਝ ਦਿਨ, ਕੁਝ ਮਹੀਨੇ, ਕੁਝ ਸਾਲ ਹੋਰ ਵੀ ਲੜਦਾ ਰਹਿੰਦਾ। ਪਰ ਉਹਦੀ ਮੌਤ ਦਾ, ਅਚਾਨਕ ਮੌਤ ਦਾ ਕਾਰਨ ਜਿਹੜਾ ਉਹ ਕਰੋਨਾ ਬਣਿਆ। ਇਸ ਕਰਕੇ ਉਹ ਜਿਹੜੀ ਬੰਦੇ ਦੀ ਮੌਤ ਆ, ਉਹਦੀ ਗਿਣਤੀ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਹੀ ਕੀਤੀ ਜਾਵੇਗੀ, ਬੇਸ਼ੱਕ ਉਹ ਕਿਸੇ ਹੋਰ ਬਿਮਾਰੀ ਤੋਂ ਪੀੜਤ ਸੀ। ਅਤੇ ਬਹੁਤੇ ਵਾਰ ਬੰਦੇ ਨੂੰ ਪਤਾ ਨਹੀਂ ਹੁੰਦਾ ਕਿ ਮੈਂ ਇਸ ਬਿਮਾਰੀ ਦਾ ਮਰੀਜ਼ ਹਾਂ, ਕਿਉਂਕਿ ਸਰੀਰ ਇੰਨੀ ਸਮਰੱਥਾ ਰੱਖਦਾ ਹੁੰਦਾ ਕਿ ਉਹ ਉਹਦੇ ਨਾਲ ਜੂਝ ਰਵੇ। ਇਹ ਸੱਚ ਹੈ, ਕੁਦਰਤ ਨੇ ਸਾਡੇ ਸਰੀਰ ਦੇ ਅੰਦਰ ਹਰ ਤਰ੍ਹਾਂ ਦੀ ਮਸ਼ੀਨਰੀ, ਹਰ ਤਰ੍ਹਾਂ ਦੀ ਉਹ ਮਤਲਬ ਜਿਹੜਾ ਕਹਿ ਲਓ ਕਿ ਬਚਾਅ ਦੇ ਲਈ, ਬਚਾਅ ਪੱਖ ਜਿਹੜਾ ਉਹ ਪੈਦਾ ਕੀਤਾ ਕਿ ਜਿੰਨਾ ਸਮਾਂ ਵੱਧ ਤੋਂ ਵੱਧ ਹੋ ਸਕੇ ਸਾਡਾ ਸਰੀਰ ਬਿਮਾਰੀਆਂ ਨਾਲ ਲੜ ਸਕੇ। ਦੇਖੋ, ਕਈ ਵਾਰ ਅਸੀਂ ਕੁਛ ਵੀ ਨਹੀਂ ਹੁੰਦਾ ਅਤੇ ਇੱਕ ਸਟਰੈਸ ਚਲੇ ਜਾਂਦੇ ਹਾਂ, ਗਮ ਘੇਰ ਲੈਂਦਾ ਕਿ ਉਦੋਂ ਵੀ ਪਰਮਾਤਮਾ ਨੇ ਉਸ ਗਮ ਦੇ ਨਾਲ ਲੜਨ ਨੂੰ ਵੀ ਆਪਣੀ ਮਸ਼ੀਨਰੀ ਜਿਹੜੀ ਹੈ ਸਰੀਰ ਦੀ ਬਣਾਈ ਆ, ਉਹਦੇ ਅੰਦਰ ਇੱਕ ਖਾਸ ਤਰ੍ਹਾਂ ਦੇ ਦਰਵ, ਤਰਲ ਪਦਾਰਥ ਪੈਦਾ ਕੀਤੇ ਨੇ, ਜਿਹੜੇ ਕਿ ਸਾਨੂੰ ਸਰੀਰ ਨੂੰ, ਇਹਦੀ ਜਿਹੜੀ ਇਮਿਊਨਿਟੀ ਆ ਉਹਨੂੰ ਡਿੱਗਣ ਤੋਂ ਉਸ ਵਕਤ ਵੀ ਬਚਾਉਂਦੇ ਨੇ। ਮਤਲਬ ਤੁਹਾਨੂੰ ਸੱਟ ਲੱਗਦੀ ਆ ਤਾਂ ਤੁਹਾਡੇ ਬਚਾਅ ਪੱਖ ਲਈ ਨੈਚੁਰਲ ਤੌਰ 'ਤੇ, ਕੁਦਰਤੀ ਤੌਰ ਦੇ ਉੱਤੇ ਠੀਕ ਹੋਣ ਦੇ ਲਈ ਉਹਦਾ ਜ਼ਰੀਆ ਜਿਹੜਾ ਵਾ ਉਹ ਪਰਮਾਤਮਾ ਨੇ ਬਣਾਇਆ ਹੋਇਆ। ਅਤੇ ਕਈ ਵਾਰ ਅਜੇ ਉਹ ਡਾਇਗਨੋਸ ਹੋਣਾ ਹੁੰਦਾ ਕਿ ਪਹਿਲੀ ਬਿਮਾਰੀ ਨੇ ਕਿ ਉਹ ਹੈ ਆ, ਉਹ
ਹੁੰਦਾ ਐਵੇਂ ਹੈ ਕਿ ਮਰੀਜ਼ ਕਰੋਨਾ ਪੋਜ਼ੀਟਿਵ ਹੋ ਕੇ ਹੌਸਪੀਟਲ ਜਾਂਦਾ, ਉੱਥੇ ਦੂਜੀ ਬਿਮਾਰੀ ਵੀ ਨਿਕਲ ਆਉਂਦੀ ਹੈ। ਪਰ ਹੁਣ ਜਿਹੜੀ ਮਹਾਂਮਾਰੀ ਹੈ, ਜੋ ਪੈਂਡੇਮਿਕ ਹੈ, ਗਿਣਿਆ ਉਹਨੂੰ ਹੀ ਜਾਏਗਾ। ਇਸ ਲਈ ਇਹਨਾਂ ਗੱਲਾਂ, ਇਹਨਾਂ ਅਫਵਾਹਾਂ ਦੇ ਵਿੱਚ ਨਾ ਪਓ ਕਿ ਇਹ ਝੂਠ ਹੈ, ਇਹ ਝੂਠ ਹੈ। ਬਿਲਕੁਲ ਝੂਠ ਨਹੀਂ ਜੇ, ਇਹ ਸੱਚ ਹੈ ਕਿ ਮੌਤ ਦਾ ਕਾਰਨ ਜਿਹੜਾ ਵਾ ਉਹ ਅੱਜ ਦੀ ਤਰੀਕ ਦੇ ਵਿੱਚ ਕਰੋਨਾ ਬਣ ਰਿਹਾ ਹੈ। ਠੀਕ ਹੈ ਜੀ। ਦੂਸਰਾ, ਜਿੰਨਿਆਂ ਲੱਛਣਾਂ ਦੀ ਆਪਾਂ ਗੱਲ ਕੀਤੀ ਹੈ, ਇਹਨਾਂ ਦੇ ਵਿੱਚੋਂ ਅੱਜ ਸਭ ਤੋਂ ਵੱਡੀ ਗੱਲ ਚੱਲ ਰਹੀ ਹੈ ਕਿ ਇਹ ਫੇਫੜਿਆਂ ਨੂੰ ਕਮਜ਼ੋਰ ਕਰ ਦਿੰਦਾ, ਅਤੇ ਜਿਹਦੇ ਕਰਕੇ ਆਕਸੀਜਨ ਦੀ, ਬਾਹਰੀ ਆਕਸੀਜਨ ਦੀ ਜ਼ਰੂਰਤ ਜਿਹੜੀ ਆ ਉਹ ਮਰੀਜ਼ ਨੂੰ ਪੈਂਦੀ ਆ, ਅਤੇ ਆਕਸੀਜਨ ਦੀ ਕਿੱਲਤ ਆ ਰਹੀ ਆ, ਆਕਸੀਜਨ ਦੀ ਕਮੀ ਆ ਰਹੀ ਆ ਜੀ। ਹਸਪਤਾਲਾਂ ਦੇ ਵਿੱਚ ਇਹ ਪੂਰੀ ਨਹੀਂ ਹੋ ਰਹੀ, ਜਿਸ ਕਰਕੇ ਜਿਹੜੀ ਮੌਤਾਂ ਦੀ ਦਰ ਆ ਉਹ ਹੋਰ ਵੱਧ ਗਈ ਆ। ਇੱਥੇ ਆਉਂਦੀ ਆ ਸਾਡੀ ਸਰਕਾਰ ਦੀ ਨਲਾਇਕੀ। ਜੀਵਾਣੂ, ਵਿਸ਼ਾਣੂ, ਕੀਟਾਣੂਆਂ ਦਾ ਪੈਦਾ ਹੋ ਜਾਣਾ ਕੁਦਰਤੀ ਤੌਰ 'ਤੇ, ਇਹ ਤਾਂ ਇੱਕ ਅਲੱਗ ਗੱਲ ਆ। ਪਰ ਜਦੋਂ 1 ਸਾਲ ਤੋਂ ਪਤਾ ਸੀਗਾ ਕਿ ਇਹ ਵਾਲੀ ਜਿਹੜੀ ਬਿਮਾਰੀ ਆ, ਇਹ ਮਹਾਂਮਾਰੀ ਜਿਹੜੀ ਆ ਇਹ ਆ ਚੁੱਕੀ ਆ, ਅਤੇ ਉਸ ਮਹਾਂਮਾਰੀ ਦੇ ਨਾਲ ਜੂਝਣ ਦੇ, ਉਹਦੇ ਨਾਲ ਲੜਨ ਦੇ ਜਿਹੜੇ ਯੋਗ ਪ੍ਰਬੰਧ ਨਾ ਹੋਣਾ, ਇਹ ਸਰਕਾਰਾਂ ਦੀ ਨਲਾਇਕੀ ਆ, ਸਰਕਾਰਾਂ ਦੀ ਇਹ ਇਗਨੋਰੈਂਸ ਕਹਿ ਲਓ, ਜਾਂ ਜੋ ਵੀ ਉਹਨੂੰ ਆਪਾਂ ਕਹਿ ਸਕਦੇ ਹਾਂ, ਉਹ ਆਪਾਂ ਕਹਿਣ ਦਾ ਹੱਕ ਰੱਖਦੇ ਹਾਂ। ਪਰ ਇਹਨੂੰ ਸਮਝੀਏ ਕਿ ਆਕਸੀਜਨ ਦੀ ਕਿੱਲਤ ਜਿਹੜੀ ਉਹ ਕਿਵੇਂ ਆ ਰਹੀ ਆ। ਇਹ ਇਸ ਕਰਕੇ ਨਹੀਂ ਆ ਕਿ ਸਾਡੇ ਬਾਹਰਲੇ ਵਾਤਾਵਰਨ ਦੇ ਵਿੱਚ ਆਕਸੀਜਨ ਘੱਟ ਗਈ ਆ। ਹਾਂ, ਰੁੱਖਾਂ ਨੂੰ ਬਿਨਾਂ ਵਜ੍ਹਾ ਕੱਟਣ ਵੱਢਣ ਦੇ ਕਰਕੇ ਅਸੀਂ ਆਪਣਾ ਜਿਹੜਾ ਵਾਤਾਵਰਨ ਦਾ ਸੰਤੁਲਨ ਆ ਉਹ ਤਾਂ ਖਰਾਬ ਕਰ ਹੀ ਲਿਆ ਵਾ, ਉਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ, ਅਤੇ ਖਰਾਬ ਕਰ ਵੀ ਰਹੇ ਆ। ਪਰ ਇਸ ਘੜੀ ਦੇ ਵਿੱਚ ਜਿਹੜੀ ਆਕਸੀਜਨ ਦੀ ਕਮੀ ਆ ਰਹੀ ਆ, ਉਸ ਕਮੀ ਦੇ ਕਰਕੇ ਆ ਲੰਗਸ ਦਾ, ਫੇਫੜਿਆਂ ਦਾ ਠੀਕ ਤਰ੍ਹਾਂ ਨਾਲ ਕੰਮ ਨਾ ਕਰ ਪਾਉਣਾ, ਕਿਉਂਕਿ ਇਹ ਵਾਇਰਸ ਜਿਹੜਾ ਵਾ ਜਦੋਂ ਮੂੰਹ ਰਾਹੀਂ ਜਾਂ ਨੱਕ ਰਾਹੀਂ ਅੰਦਰ ਦਾਖਲ ਹੁੰਦਾ, ਐਂਟਰ ਕਰਦਾ, ਜਾਂ ਤਾਂ ਇਹ ਕੁਝ ਦਿਨ ਗਲੇ 'ਚ ਠਹਿਰਦਾ, ਗਲੇ ਤੋਂ ਫਿਰ ਜਿਹੜੀ ਸਾਹ ਨਾਲੀ ਆ ਉਹਦੇ ਰਾਹੀਂ, ਟਰੈਕੀਆ ਰਾਹੀਂ ਇਹ ਉੱਧਰੋਂ ਜਿਹਦਾ ਹੋ ਜਾਵੇ ਫੇਫੜਿਆਂ ਤੱਕ ਜਾ ਸਕਦਾ, ਜਾਂ ਜ਼ਿਆਦਾਤਰ ਇਹ ਨੱਕ ਦੇ ਅੰਦਰ ਜਿਹੜੇ ਸਾਡੇ ਸਾਇਨਸਿਸ ਹੁੰਦੇ ਨੇ, ਜਿਹੜੇ ਜਿਨ੍ਹਾਂ ਨੇ ਜਿਹੜੇ ਮੈਡੀਕਲ ਦੇ ਵਿਦਿਆਰਥੀ, ਉਹਨਾਂ ਨੇ ਦੇਖਿਆ ਹੋਏਗਾ ਕਿ ਇੱਕ ਕੁਦਰਤੀ ਤੌਰ 'ਤੇ ਹੋਲ ਜਿਹੜੇ ਨੇ, ਸ਼ੇਪ ਉਹ ਬਣੇ ਹੋਏ ਨੇ, ਉਹਨਾਂ ਨੂੰ ਅਸੀਂ ਸਾਇਨਸਿਸ ਕਹਿੰਦੇ ਹਾਂ। ਇਹ ਉਹਨਾਂ ਦੇ ਵਿੱਚ ਪਿਆ ਰਹਿੰਦਾ, ਜਿਨ੍ਹਾਂ ਨੂੰ ਪੈਰਾਨੈਜ਼ਲ ਸਾਇਨਸਿਸ ਕਹਿੰਦੇ ਆ। ਇਸੇ ਕਰਕੇ ਜਿਹੜੀ ਆ ਸਟੀਮ ਲੈਣ ਦੀ ਹਦਾਇਤ ਕੀਤੀ ਜਾਂਦੀ ਆ ਕਿ ਠੀਕ ਹੈ, ਗਰਮ ਪਾਣੀ ਤੁਹਾਡੇ ਗਲੇ ਨੂੰ ਆਰਾਮ ਦੇਵੇਗਾ, ਬਟ ਜਿਹੜਾ ਵਾਇਰਸ ਜਿਹੜਾ ਵਾ ਉਹ ਪੈਰਾਨੈਜ਼ਲ ਸਾਇਨਸਿਸ ਦੇ ਉੱਤੇ ਪਿਆ ਹੋਇਆ, ਉੱਥੋਂ ਸਿਰਫ ਅਤੇ ਸਿਰਫ ਇਹਨੂੰ ਸਟੀਮ ਹੀ ਮਾਰ ਸਕਦੀ ਆ, ਸਟੀਮ ਹੀ, ਭਾਫ਼ ਹੀ ਖ਼ਤਮ ਕਰ ਸਕਦੀ ਹੈ। ਇਸ ਲਈ ਭਾਫ਼ ਲੈਣੀ ਜਿਹੜੀ ਉਹ ਅਤਿਅੰਤ ਜ਼ਰੂਰੀ ਆ। ਠੀਕ ਹੈ ਜੀ। ਇਹ ਵਾਇਰਸ ਫਿਰ ਇੱਥੋਂ ਹੁਣ ਨੱਕ ਰਾਹੀਂ ਵੀ ਹੌਲੀ ਹੌਲੀ ਫੇਫੜਿਆਂ ਤੱਕ ਕਈ ਵਾਰ ਪਹੁੰਚ ਜਾਂਦਾ, ਅਤੇ ਫੇਫੜਿਆਂ ਤੱਕ ਪਹੁੰਚ ਕੇ ਕੀ ਕਰਦਾ, ਜਿਹੜੇ ਸਭ ਤੋਂ ਛੋਟੇ ਮਹੀਨ ਸੈੱਲਸ ਨੇ ਫੇਫੜਿਆਂ ਦੇ ਅੰਦਰ, ਜਿੱਥੇ ਜਿਹੜੇ ਫੇਫੜੇ ਨੇ ਉਹ ਬਾਹਰੋਂ ਜੋ ਆਕਸੀਜਨ ਲਈ ਹੁੰਦੀ ਆ ਉਹਨਾਂ ਨੇ, ਉਹ ਆਕਸੀਜਨ ਖੂਨ ਦੇ ਦੂਜੇ ਸੈੱਲਾਂ ਦੇ ਨਾਲ ਜਿਹਦੀ ਫੇਰਬਦਲੀ ਕਰਦੇ ਨੇ, ਖੂਨ ਦੇ ਉੱਤੋਂ ਜਿਹੜੀ ਵੇਸਟ ਕਾਰਬਨ ਡਾਈਆਕਸਾਈਡ ਆ ਉਹ ਲੈ ਕੇ ਬਾਹਰ ਆਉਂਦੇ ਨੇ, ਅਤੇ ਜਿਹੜੀ ਬਾਹਰੋਂ ਉਹਨਾਂ ਨੇ ਆਕਸੀਜਨ ਲਈ ਹੁੰਦੀ ਆ ਉਹ ਖੂਨ ਦੇ ਸੈੱਲਾਂ ਨੂੰ ਵਾਪਸ ਦਿੰਦੇ ਨੇ ਖੁਰਾਕ ਦੇ ਤੌਰ ਦੇ ਉੱਤੇ। ਜਿਹੜੇ ਉਹ ਸੈੱਲਸ ਹੁੰਦੇ ਨੇ, ਇਹ ਵਾਇਰਸ ਉੱਥੇ ਜਾ ਕੇ ਉਹਨਾਂ ਸੈੱਲਸ ਦੀ ਕੰਮ ਕਰਨ ਦੀ ਕਿਰਿਆ ਨੂੰ ਘਟਾ ਦਿੰਦਾ, ਉਹਨਾਂ ਨੂੰ ਜਾਮ ਕਰ ਦਿੰਦਾ। ਜਿਵੇਂ ਕਿ ਇੱਕ ਸਪਰਿੰਗ ਚੱਲਦਾ ਹੋਵੇ ਅਤੇ ਸਪਰਿੰਗ ਨੂੰ ਜੰਗਾਲ ਲੱਗਣਾ ਸ਼ੁਰੂ ਹੋ ਜਾਵੇ, ਤਾਂ ਹੌਲੀ ਹੌਲੀ ਸਪਰਿੰਗ ਦੀ ਕੰਮ ਕਰਨ ਦੀ ਸਮਰੱਥਾ ਜਿਹੜੀ ਆ ਉਹ ਘਟ ਜਾਂਦੀ ਆ। ਇਸੇ ਤਰੀਕੇ ਨਾਲ ਬਹੁਤ ਤੇਜ਼ੀ ਨਾਲ ਇਹ ਫੇਫੜਿਆਂ ਦੇ ਉੱਤੇ ਹਮਲਾ ਕਰਦਾ, ਅਤੇ ਫੇਫੜਿਆਂ ਦੀ ਜਿਹੜੀ ਕੰਮ ਕਰਨ ਦੀ ਸ਼ਕਤੀ ਆ, ਉਹਨਾਂ ਦਾ ਜਿਹੜਾ ਸਪਰਿੰਗ ਦੇ ਵਾਂਗ ਜਿਹੜਾ ਉੱਪਰ ਹੇਠਾਂ ਮਤਲਬ ਕੰਮ ਕਰਦੇ ਨੇ ਫੇਫੜੇ, ਠੀਕ ਹੈ, ਉਸ ਨੂੰ ਇਹ ਘਟਾ ਦਿੰਦੇ ਨੇ, ਅਤੇ ਉਹਦੇ ਘਟਣ ਦੇ ਨਾਲ ਅੰਦਰ ਹਵਾ ਲੈ ਕੇ ਜਾਣ ਦੀ, ਇਨਹੇਲ ਕਰਨ ਦੀ ਸਾਡੀ ਸਮਰੱਥਾ ਵੀ ਘਟ ਜਾਂਦੀ ਆ। ਜਿੰਨੀ ਹਵਾ ਘਟ ਜਾਏਗੀ, ਓਨਾ ਉਹਦੇ ਅੰਦਰ ਆਕਸੀਜਨ ਦੀ ਸਮਰੱਥਾ ਘੱਟ ਹੋਏਗੀ। ਜਿੰਨੀ ਆਕਸੀਜਨ ਅਸੀਂ ਘੱਟ ਅੰਦਰ ਲੈ ਕੇ ਜਾ ਰਹੇ ਹਾਂ, ਓਨੀ ਆਕਸੀਜਨ ਸਾਡੇ ਸਰੀਰ ਨੂੰ ਘੱਟ ਮਿਲੇਗੀ। ਖੂਨ ਓਨਾ ਹੀ ਸਰੀਰ ਦਾ ਘੱਟ ਲੈ ਕੇ ਜਾਏਗਾ, ਅਤੇ ਜਦੋਂ ਆਕਸੀਜਨ ਦੀ ਮਾਤਰਾ ਘਟਦੀ ਹੈ, ਅਤੇ ਸਭ ਤੋਂ ਪਹਿਲਾਂ ਜਿਹੜਾ ਅਸਰ ਆ ਉਹ ਸਾਡੇ ਜਿਹੜੇ ਵਾਈਟਲ ਔਰਗਨ ਜਿਨ੍ਹਾਂ ਨੂੰ ਕਹਿੰਦੇ ਹਾਂ ਆਪਾਂ, ਬਹੁਤ ਜ਼ਰੂਰੀ ਔਰਗਨ ਜਿਵੇਂ ਦਿਲ ਅਤੇ ਦਿਮਾਗ, ਉਹਨਾਂ 'ਤੇ ਹੁੰਦਾ, ਜਿਸ ਕਰਕੇ ਮਤਲਬ ਕਈ ਵਾਰ ਕੁਝ ਮਿੰਟਾਂ, ਘੰਟਿਆਂ, ਸਕਿੰਟਾਂ ਦੇ ਵਿੱਚ ਹੀ ਜਿਹੜੀ ਮੌਤ ਉਹ ਹੋ ਜਾਂਦੀ ਹੈ। ਠੀਕ ਹੈ ਜੀ।
ਇਸ ਕਰਕੇ ਜਦੋਂ ਵੀ ਆਕਸੀਜਨ ਜਿਹੜੀ ਅਸੀਂ ਆਕਸੀਮੀਟਰ ਦੇ ਨਾਲ ਆਪਣੀ ਆਕਸੀਜਨ ਲੈਵਲ ਚੈੱਕ ਕਰਦੇ ਹਾਂ, ਉਹ ਲੈਵਲ ਆ ਜਿਹੜਾ ਸਾਡੇ ਖੂਨ ਵਿਚਲੀ ਆਕਸੀਜਨ ਨੂੰ ਦੱਸਦਾ ਹੈ ਕਿ ਕਿੰਨੀ ਆ। ਉਹ 100% ਅਸੀਂ ਮੰਨ ਕੇ ਚੱਲਦੇ ਹਾਂ, ਅਤੇ ਉਹ 95 ਤੋਂ ਉੱਪਰ ਹੋਵੇ ਤਾਂ ਬੰਦਾ ਜਿਹੜਾ ਉਹਨੂੰ ਅਸੀਂ ਤੰਦਰੁਸਤ ਕਹਿੰਦੇ ਹਾਂ। ਜਦੋਂ 95 ਤੋਂ ਹੇਠਾਂ ਜਾਂਦੀ ਆ, ਮਤਲਬ ਕਿ ਸਰੀਰ ਦੇ ਅੰਦਰ ਕੋਈ ਨਾ ਕੋਈ ਜਿਹੜੀ ਪ੍ਰੋਬਲਮ ਆ, ਕੁਛ ਨਾ ਕੁਛ ਜਿਹੜੀ ਗੜਬੜ ਆ ਉਹ ਆ ਰਹੀ ਆ, ਅਤੇ ਉਦੋਂ ਜਿਹੜਾ ਸਤਰਕ ਹੋ ਜਾਣਾ ਚਾਹੀਦਾ। ਪਰ ਖੁਦਾ ਨਾ ਖਾਸਤਾ ਅਗਰ ਆਕਸੀਜਨ ਦਾ ਲੈਵਲ ਜਿਹੜਾ ਇਸ ਤੋਂ ਵੀ ਜ਼ਿਆਦਾ ਘਟਦਾ ਤਾਂ ਫਿਰ ਇਹ ਹਾਨੀਕਾਰਕ ਹੋ ਸਕਦਾ, ਠੀਕ ਹੈ ਜੀ। ਇਸ ਕਰਕੇ ਜਦੋਂ ਇਸ ਵਾਇਰਸ ਦਾ ਕੰਮ ਹੀ ਇਹ ਸੀਗਾ ਕਿ ਇਹਨੇ ਫੇਫੜਿਆਂ 'ਤੇ ਅਟੈਕ ਕਰਨਾ, ਅਤੇ ਫਿਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਮਰੀਜ਼ਾਂ ਨੂੰ ਜਿਹੜੀ ਪ੍ਰੋਬਲਮ ਆਈ ਹੈ, ਮੁਸ਼ਕਲ ਆਈ ਆ, ਉਹ ਆਕਸੀਜਨ ਦੀ ਹੀ ਆਈ ਆ, ਜਿਸ ਨੂੰ ਸਰਕਾਰਾਂ ਜਿਹੜੀਆਂ ਨੇ ਸਾਡੀਆਂ ਉਹ ਸਹੀ ਮਾਤਰਾ ਦੇ ਵਿੱਚ, ਸਹੀ ਮਤਲਬ ਟਾਈਮ ਦੇ ਉੱਤੇ ਮੁਹੱਈਆ ਕਰਾਉਣ ਦੇ ਵਿੱਚ ਅਸਫਲ ਰਹੀਆਂ ਨੇ, ਜਿਸ ਕਰਕੇ ਇਸ ਵਾਇਰਸ ਦੇ ਨਾਲ ਇਸ ਮਹਾਂਮਾਰੀ ਦੇ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧੀ ਹੈ। ਇਸ ਕਰਕੇ ਘਰ ਵਿੱਚ ਹੀ ਕੋਸ਼ਿਸ਼ ਕਰਨੀ ਹੈ, ਜਦੋਂ ਵੀ ਤੁਹਾਨੂੰ ਬੁਖਾਰ ਆਉਂਦਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਲੱਛਣ ਦਿਖਾਈ ਦਿੰਦਾ ਅਤੇ ਆਪਣੇ ਆਪ ਨੂੰ ਹਵਾਦਾਰ ਕਮਰੇ ਦੇ ਵਿੱਚ ਰੱਖੋ। ਜਿਵੇਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਵਿੱਚ ਮਿਲ ਰਹੀਆਂ ਨੇ ਕਿ ਉਲਟਾ ਲੇਟੋ, ਉਲਟਾ ਲੇਟਣ ਦੇ ਨਾਲ ਵੀ ਫੇਫੜਿਆਂ ਦੀ ਜਿਹੜੀ ਕੰਮ ਕਰਨ ਦੀ ਸਮਰੱਥਾ ਕੁਝ ਹੱਦ ਤੱਕ ਵੱਧਦੀ ਆ, ਅਤੇ ਜ਼ਿਆਦਾ ਆਕਸੀਜਨ ਅੰਦਰ ਲੈ ਕੇ ਜਾਣ ਦੀ ਜਿਹੜੀ ਆ ਉਹ ਪ੍ਰੋਬੇਬਿਲਿਟੀ, ਜਿਹੜੀ ਸੰਭਾਵਨਾਵਾਂ ਉਹ ਵੱਧਦੀ ਹੈ। ਇਸ ਕਰਕੇ ਉਲਟਾ ਲੇਟੋ ਅਤੇ ਲੰਬੇ ਸਾਹ, ਜਿਨ੍ਹਾਂ ਨੂੰ ਬਰੀਥਿੰਗ ਐਕਸਰਸਾਈਜ਼ ਵੀ ਕਹਿੰਦੇ ਆ, ਲੰਬੇ ਜਿਹੜੇ ਸਾਹ ਉਹ ਲੈਣੇ ਚਾਹੀਦੇ ਨੇ। ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਹਰ ਘੰਟੇ ਬਾਅਦ ਤੁਸੀਂ 3-4 ਵਾਰੀ ਲੰਬੇ ਸਾਹ ਦੀ ਜਿਹੜੀ ਵਾ ਉਹ ਐਕਸਰਸਾਈਜ਼ ਦੇ ਤੌਰ 'ਤੇ ਉਹ ਕਰਨਾ ਹੀ ਕਰਨਾ, ਅਤੇ ਉਹ 15-20 ਮਿੰਟ ਤੁਸੀਂ ਪਰ ਘੰਟੇ ਬਾਅਦ ਜਿਹੜਾ ਉਹ ਉਲਟੇ ਲੇਟਣਾ। ਆਪਣੇ ਤੁਹਾਡਾ ਫੇਫੜਿਆਂ ਦੇ ਉੱਤੇ ਜਿਹੜਾ ਵਾ ਉਹ ਇਸ ਚੀਜ਼ ਦਾ ਅਸਰ ਜਿਹੜਾ ਵਾ ਉਹ ਕੁਝ ਘੰਟਿਆਂ ਦੇ ਵਿੱਚ ਹੀ ਦੇਖਣ ਨੂੰ ਮਿਲ ਜਾਂਦਾ। ਆਕਸੀਜਨ ਜਿਹੜੀ ਉਹ ਸੈੱਟ ਆ ਜਾਂਦੀ ਆ। ਖੁਦ ਮੇਰੀ ਜਦੋਂ ਦੂਸਰੀ ਰਾਤ ਨੂੰ ਇਹ ਪ੍ਰੋਬਲਮ ਆਈ ਸੀ, ਅਤੇ ਇਹ 86-87 ਤੱਕ ਜਿਹੜਾ ਆਕਸੀਜਨ ਲੈਵਲ ਉਹ ਚਲੇ ਗਿਆ ਸੀਗੀ, ਅਤੇ ਮੈਂ 2-3 ਘੰਟਿਆਂ ਦੇ ਵਿੱਚ ਆਪਣੇ ਆਪ ਹੀ ਬਾਹਰ ਵਿਹੜੇ ਦੇ ਵਿੱਚ ਬੈਠ ਕੇ ਅਤੇ ਇਸੇ ਤਰੀਕੇ ਨਾਲ ਹੀ ਜਿਹੜਾ ਵਾ ਉਹ ਸੈੱਟ ਕੀਤਾ, ਅਤੇ 2-2.5 ਘੰਟੇ ਕਹਿ ਲਓ ਲੱਗ ਗਏ ਹੋਣਗੇ ਜਦੋਂ ਤੱਕ ਵਾਪਸ ਜਿਹੜਾ ਵਾ ਉਹ 92 ਤੋਂ 94 ਦੇ ਵਿੱਚ ਜਿਹੜੀ ਆ ਉਹ ਆਕਸੀਜਨ ਆਉਣ 'ਤੇ, ਪਰ ਉਸ ਤੋਂ ਬਾਅਦ ਨਹੀਂ ਘਟੀ। ਉਸ ਤੋਂ ਬਾਅਦ ਜ਼ਿਆਦਾਤਰ ਇਸ ਦਾ ਜਿਹੜਾ ਜ਼ੋਰ ਆ ਉਹ ਮੇਰਾ ਮਤਲਬ ਸਾਹ, ਜਿਹੜਾ ਸਾਡਾ ਸਾਹ ਪ੍ਰਣਾਲੀ ਆ, ਇਹਦੇ ਤੋਂ ਹਟ ਕੇ ਪੇਟ 'ਤੇ ਜਿਹੜਾ ਉਹ ਜ਼ਿਆਦਾ ਰਿਹਾ, ਕਿਉਂਕਿ ਜਦੋਂ ਇਹੀ ਜਿਹੜਾ ਵਾਇਰਸ ਆ ਤੁਹਾਡੇ ਪੇਟ ਵਿੱਚ ਐਂਟਰ ਕਰਦਾ ਹੈ, ਅਤੇ ਫਿਰ ਉੱਥੇ GI ਸਿਸਟਮ ਨੂੰ, ਜਿਹਨੂੰ ਗੈਸਟਰੋ ਇੰਟੈਸਟੀਨਲ ਸਿਸਟਮ ਕਹਿੰਦੇ ਆ, ਪੇਟ ਦੀਆਂ ਅੰਤੜੀਆਂ ਦੀਆਂ ਉੱਧਰ ਨੂੰ ਤੰਗ ਕਰਦਾ ਹੈ, ਅਤੇ ਉੱਥੇ ਜਾਣ ਤੋਂ ਬਾਅਦ ਜਾਂ ਤਾਂ ਤੁਹਾਨੂੰ ਜ਼ਿਆਦਾ ਉਲਟੀਆਂ ਆ ਸਕਦੀਆਂ ਨੇ, ਦਸਤ ਲੱਗ ਸਕਦੇ ਨੇ, ਅਤੇ ਇਹ ਜਿਹੜੀ ਪ੍ਰੋਬਲਮ ਆ ਇਹਦੇ ਵਿੱਚ ਹੋਰ ਵਾਧਾ ਕਰਦੀ ਆ, ਤੁਹਾਨੂੰ ਹੋਰ ਸਰੀਰ ਨੂੰ ਕਮਜ਼ੋਰ ਕਰਦੀ ਆ। ਅਤੇ ਇਹਦੇ ਜਿਹੜੇ ਲੱਛਣ ਨੇ, ਜੋ ਮੈਨੂੰ ਜ਼ਿਆਦਾ ਪ੍ਰੋਬਲਮ ਆਈ ਆ, ਮੈਨੂੰ ਪੇਟ ਦੀ ਜ਼ਿਆਦਾ ਪ੍ਰੋਬਲਮ ਆਈ ਆ, ਠੀਕ ਹੈ ਜੀ। ਅਤੇ ਹੁਣ ਮੈਨੂੰ ਲੱਗਦਾ ਕਿ ਕੁਝ ਹੱਦ ਤੱਕ ਮੈਂ ਇਹ ਆਪਣੇ ਜੋ ਅੱਜ ਤੱਕ ਦੀ ਮੇਰੀ ਨੌਲੇਜ ਦੀ ਪੜ੍ਹਾਈ ਉਹਦੇ ਹਿਸਾਬ ਨਾਲ ਇਹ ਮੈਂ ਕਲੀਅਰ ਕਰਨ ਵਿੱਚ ਕਾਮਯਾਬ ਰਹੀ ਹਾਂ ਕਿ ਜਿਹੜੀ ਇਹ ਮੌਤਾਂ ਨੇ ਉਹ ਚਾਹੇ ਦੂਜੀਆਂ ਬਿਮਾਰੀਆਂ ਵਾਲਿਆਂ ਦੀਆਂ ਹੀ ਹੋ ਰਹੀਆਂ ਨੇ, ਪਰ ਉਹਨਾਂ ਦੀ ਗਿਣਤੀ ਜਿਹੜੀ ਉਹ ਕਰੋਨਾ ਵਿੱਚ ਕਿਉਂ ਕੀਤੀ ਜਾ ਰਹੀ ਆ, ਠੀਕ ਹੈ। ਸਰਕਾਰਾਂ ਨੂੰ ਦੋਸ਼ ਉੱਥੇ ਦੇਣਾ ਬਹੁਤ ਜ਼ਰੂਰੀ ਬਣਦਾ ਜਿੱਥੇ ਉਹ ਨਾਕਾਮਯਾਬ ਰਹੀਆਂ ਨੇ। ਹਾਂ, ਅਤੇ ਦੂਜਾ ਜੋ ਮੈਨੂੰ ਲੱਗਦਾ ਆਪਣੇ ਤਜਰਬੇ ਤੋਂ, ਜੋ ਮੈਂ ਦੇਖਦੀ ਹਾਂ ਕਿ ਇਸ ਦੇ ਨਾਲ ਇਨਸਾਨ ਘੱਟ ਮਰ ਰਹੇ ਨੇ, ਪਰ ਇਨਸਾਨੀਅਤ ਜ਼ਿਆਦਾ ਮਰ ਰਹੀ ਹੈ। ਅਸੀਂ ਇਹ ਉਹ ਵਕਤ ਸੀ, ਟਾਈਮ ਸੀ ਜਿੱਥੇ ਮਾਨਵਤਾ ਦੀ, ਇਨਸਾਨੀਅਤ ਦੀ ਹਰ ਬੰਦੇ ਨੇ, ਜ਼ਰੂਰੀ ਨਹੀਂ ਹੈ ਕਿ ਸਮਾਜ ਸੇਵੀਆਂ ਨੇ, ਅਸੀਂ ਆਪਣੇ ਤੌਰ 'ਤੇ ਵੀ ਸੇਵਾ ਕਰਨੀ ਹੁੰਦੀ। ਉਹਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਸਾਰੇ ਘਰ-ਬਾਰ ਛੱਡ ਕੇ ਅਤੇ ਉੱਥੇ ਚਲੇ ਜਾਈਏ ਸੇਵਾ ਕਰਨ। ਨਹੀਂ, ਅਸੀਂ ਆਪਣੇ ਘਰਾਂ 'ਚ ਆਪਣੀ ਰੂਟੀਨ ਲਾਈਫ ਦੇ ਵਿੱਚ ਜਿਉਂਦੇ ਵੀ ਜਿਹੜੀ ਉਹ ਸੇਵਾ ਕਰ ਸਕਦੇ ਹਾਂ। ਉਹ ਕਿਵੇਂ ਕਰ ਸਕਦੇ ਹਾਂ ਕਿ ਜਿਸ ਮਰੀਜ਼ ਨੂੰ ਜਿਸ ਚੀਜ਼ ਦੀ ਜ਼ਰੂਰਤ ਆ ਉਹਨੂੰ ਅਸੀਂ ਉਹ ਫ੍ਰੀ ਆਫ ਕਾਸਟ ਜਿਹੜੀ ਆ ਉਹ ਉਪਲਬਧ ਕਰਾਈਏ ਜਾਂ ਵਾਜਬ ਰੇਟ ਦੇ ਉੱਤੇ ਦੇਈਏ। ਪਰ ਇੱਥੇ ਹੋ ਉਲਟ ਰਿਹਾ, ਇੱਥੇ ਤਾਂ ਟੀਕਿਆਂ ਦੇ, ਦਵਾਈਆਂ ਦੇ ਜਿਹੜੇ ਰੇਟ ਨੇ ਉਹ ਪਤਾ ਹੀ ਨਹੀਂ ਕਿੱਥੇ ਚਲੇ ਗਏ ਆ। ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ ਗੱਲ, ਜਿਹੜੀ ਕਿ ਅਗੇਨ ਇੱਕ ਹੋਰ ਕਾਰਨ ਬਣ ਰਿਹਾ ਮੌਤ ਦਰ ਦਾ ਵਧਣ ਦਾ।
ਫਿਰ ਉਸ ਤੋਂ ਬਾਅਦ ਅਗਰ ਬੰਦਾ ਮਰ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਅਤੇ ਮੈਂ ਤਾਂ ਹੈਰਾਨ ਹਾਂ ਕਿ ਅਸੀਂ ਉਸ ਕਲਯੁਗ ਦੇ ਵਿੱਚ ਜੀ ਰਹੇ ਹਾਂ ਜਿੱਥੇ ਇਹ ਤਾਂ ਕਹਿੰਦੇ ਸੀਗੇ ਕਿ ਬੰਦੇ ਨੂੰ ਅੰਤਲੇ ਟਾਈਮ ਤੱਕ 3.5 ਹੱਥ ਅਤੇ 4 ਬੰਦਿਆਂ ਦੀ ਜ਼ਰੂਰਤ ਹੁੰਦੀ ਹੈ, ਅਤੇ ਹੁਣ 4 ਬੰਦੇ ਵੀ ਪੂਰੇ ਨਹੀਂ ਹੋ ਰਹੇ ਲਾਸ਼ ਚੁੱਕਣ ਨੂੰ। ਅਸੀਂ ਇੰਨੇ ਜ਼ਿਆਦਾ ਮਤਲਬ ਕਲਯੁਗੀ ਜੀਵ ਜਿਹੜੇ ਆ ਉਹ ਬਣ ਗਏ ਆ। ਇਹ ਵੀ ਇੱਕ ਸੇਵਾ। ਮੌਤ ਹੋ ਗਈ ਹੈ ਅਤੇ ਠੀਕ ਹੈ, ਤੁਸੀਂ ਆਪਣਾ ਬਚਾਅ ਕਰਦੇ ਹੋਏ ਉਸ ਜਿਹੜਾ ਮੁਰਦਾ ਸਰੀਰ ਦਾ ਦੇਹ ਸੰਸਕਾਰ ਜਾਂ ਜੋ ਵੀ ਉਹਦੀ ਅਖੀਰਲੇ ਟਾਈਮ ਦੀ ਪ੍ਰਕਿਰਿਆ ਹੈ, ਦਫਨਾਉਣਾ ਜਾਂ ਸੰਸਕਾਰ ਕਰਨਾ ਜੋ ਵੀ ਆ, ਉਹ ਨਿਭਾਉਣ ਤਾਂ ਜਾਓ, ਉਹ ਇਨਸਾਨੀਅਤ ਦਾ ਕਾਮਯਾਬ ਰੱਖੋ, ਨੂੰ ਕਾਮਯਾਬ ਕਰੋ। ਪਰ ਇੱਥੇ ਕੀ ਹੋ ਰਿਹਾ, ਇੱਥੇ ਤਾਂ ਅਸੀਂ ਆਪਣੇ ਰਿਸ਼ਤਿਆਂ ਨੂੰ ਹੀ ਠੁਕਰਾ ਦਿੱਤਾ। ਖਬਰਾਂ ਪੜ੍ਹਨ ਨੂੰ ਮਿਲਦੀਆਂ, ਕਿਸੇ ਨੇ ਆਪਣਾ 2 ਮਹੀਨੇ ਦਾ ਬੱਚਾ ਕਰੋਨਾ ਪੋਜ਼ੀਟਿਵ ਛੱਡ ਕੇ ਕੋਈ ਚਲੇ ਗਿਆ, ਕਿਸੇ ਨੇ ਆਪਣੀ ਮਾਂ ਨੂੰ ਹੱਥ ਨਹੀਂ ਲਾਇਆ, ਕਿਸੇ ਨੇ ਆਪਣੇ ਪਿਓ ਦੀ ਲਾਸ਼ ਨਹੀਂ ਚੁੱਕੀ। ਇਹ ਸਾਰਾ ਕੁਛ ਜਿਹੜਾ ਵਾ ਇਹ ਖਤਰਨਾਕ ਹੈ। ਮੌਤ ਖਤਰਨਾਕ ਨਹੀਂ ਹੈ। ਇਨਸਾਨ ਜੰਮਦਾ ਹੈ ਅਤੇ ਮਰ ਜਾਂਦਾ ਹੈ, ਇਹ ਤਾਂ ਕੁਦਰਤ ਦੀ ਪ੍ਰਕਿਰਿਆ ਹੈ। ਪਰ ਇਨਸਾਨੀਅਤ ਦਾ ਮਰ ਜਾਣਾ ਜਿਹੜਾ ਵਾ ਇਹ ਕੁਦਰਤੀ ਨਹੀਂ ਆ, ਇਹ ਇਨਸਾਨ ਖੁਦ ਬੀਜ ਇਹਨਾਂ ਖਤਰਨਾਕ ਜਿਹੜਾ ਬੀਜ ਰਿਹਾ। ਅਤੇ ਆਉਣ ਵਾਲੇ ਟਾਈਮ ਦੇ ਵਿੱਚ ਮੌਤਾਂ ਜਿਹੜੀਆਂ ਹੋ ਗਈਆਂ, ਜਿਹੜਾ ਇਹ ਲੋਸ ਹੋਇਆ, ਇਹਨੂੰ ਤਾਂ ਅਸੀਂ ਇੱਕ ਅਲੱਗ ਤਰੀਕੇ ਨਾਲ ਭੁਗਤਣਾ, ਪਰ ਜਿਹੜੀ ਅੱਜ ਇਨਸਾਨੀਅਤ ਮਰ ਰਹੀ ਆ, ਇਹਦਾ ਜੋ ਅਸੀਂ ਭੁਗਤਾਨ ਕਰਨਾ, ਇਹਦੇ ਨਤੀਜੇ ਜਿਹੜੇ ਆ ਉਹ ਬਹੁਤ ਖਤਰਨਾਕ ਹੋਣਗੇ, ਸੱਚੀ ਬਹੁਤ ਖਤਰਨਾਕ ਹੋਣਗੇ ਸਾਡੇ ਸਾਰਿਆਂ ਦੇ ਲਈ। ਅਤੇ ਇਸ ਚੀਜ਼ ਦਾ ਖਿਆਲ ਰੱਖੀਏ ਕਿ ਇਹਨਾਂ ਜਿਹੜੀਆਂ ਇਨਸਾਨੀਅਤ ਤੋਂ ਗਿਰ ਚੁੱਕੀਆਂ ਜਿਹੜੀਆਂ ਹਰਕਤਾਂ ਵਾ ਉਹ ਅਸੀਂ ਨਾ ਕਰੀਏ। ਉਹਨਾਂ ਦੇ ਠੀਕ ਜਿਹੜਾ ਵਾ ਮੈਸੇਜ ਉਹ ਸਭ ਨੂੰ ਦੇਈਏ। ਭੀੜਾਂ ਨਾ ਇਕੱਠੀਆਂ ਕਰੀਏ। ਕਿਸਾਨੀ ਸੰਘਰਸ਼ ਵੀ ਚੱਲ ਰਿਹਾ ਵਾ, ਵਾਜਬ ਹੱਕਾਂ ਦੇ ਲਈ ਚੱਲ ਰਿਹਾ ਵਾ, ਚੱਲਦਾ ਰਹਿਣਾ ਚਾਹੀਦਾ ਵਾ। ਪਰ ਕਿਸਾਨੀ ਸੰਘਰਸ਼ ਦੇ ਵਿੱਚ ਪਹੁੰਚਣ ਵਾਲੇ ਲੋਕਾਂ ਨੂੰ ਇਹ ਜ਼ਿੰਮੇਵਾਰ ਬੰਦਾ ਕੋਈ ਨਾ ਕਹੇ ਕਿ ਕਰੋਨਾ ਕੁਝ ਨਹੀਂ ਆ, ਐਵੇਂ ਇੱਕ ਅਫਵਾਹ ਵਾ, ਇੱਕ ਮਾਮੂਲੀ ਜਿਹਾ ਵਾਇਰਸ ਆ, ਕੋਈ ਇਹਦੇ ਨਾਲ ਖਾਸ ਐਡੀ ਵੱਡੀ ਗੱਲ ਨਹੀਂ ਆ। ਨਹੀਂ, ਸੱਚ ਦੱਸੋ। ਜਿਵੇਂ ਜੰਗੀ ਮੈਦਾਨ ਵਿੱਚ ਜਾਣ ਵਾਲੇ ਜੁਝਾਰੂਆਂ ਨੂੰ ਅਸੀਂ ਸੱਚ ਦੱਸਦੇ ਹਾਂ ਕਿ ਉੱਥੇ ਹਥਿਆਰ ਵਰਤੇ ਜਾਣਗੇ, ਇਹਨਾਂ ਹਥਿਆਰਾਂ ਨਾਲ ਸਾਡੀ ਮੌਤ ਵੀ ਹੋ ਸਕਦੀ ਆ, ਪਰ ਅਸੀਂ ਆਪਣੀ ਹੱਕਾਂ ਖਾਤਰ ਜੰਗ ਦੇ ਕੇ ਸੀਨਾ ਜਿਹੜਾ ਉਹਨਾਂ ਹਥਿਆਰਾਂ ਦੇ ਵਿੱਚ ਡਾਉਣਾ। ਅਤੇ ਇਸੇ ਤਰੀਕੇ ਨਾਲ ਇੱਥੇ ਵੀ ਸੱਚ ਬੋਲੀਏ। ਹਾਂ, ਕਰੋਨਾ ਹੈ, ਇਹ ਸਾਨੂੰ ਬਿਮਾਰ ਕਰ ਸਕਦਾ, ਤੁਹਾਡੀ ਜਾਨ ਵੀ ਲੈ ਸਕਦਾ ਹੈ, ਪਰ ਸਾਡੇ ਹੱਕਾਂ ਲਈ ਅੱਜ ਦੀ ਤਰੀਕ ਦੇ ਵਿੱਚ ਲੜਨਾ ਬਹੁਤ ਜ਼ਰੂਰੀ ਹੈ, ਉੱਥੇ ਬੈਠਣਾ ਬਹੁਤ ਜ਼ਰੂਰੀ ਹੈ। ਅਤੇ ਅਸੀਂ ਆਪਣੇ ਬਚਾਅ ਲਈ ਸਾਰੀਆਂ ਜਿਹੜੀਆਂ ਬਚਾਅ ਪੱਖ ਦੀਆਂ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਦੇ ਹੋਏ, ਉਹਨਾਂ ਨੂੰ ਅਪਣਾਉਂਦੇ ਹੋਏ ਆਪਣਾ ਸੰਘਰਸ਼ ਜਿਹੜਾ ਉਹ ਜਾਰੀ ਰੱਖਣਾ। ਉੱਥੇ ਬੈਠਿਆਂ ਜਾਂ ਉੱਥੇ ਜਾਣ ਲਈ ਤਿਆਰ ਹੋਏ ਘਰੋਂ ਜੇ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਲੱਛਣ ਜਿਹੜੇ ਦਿਖਾਈ ਦਿੰਦੇ ਨੇ ਤਾਂ ਉਹ ਪਹਿਲਾਂ ਆਪਣਾ ਇਲਾਜ ਕਰਾਵੇ, ਫਿਰ ਉੱਥੇ ਜਾਵੇ, ਤਾਂ ਕਿ ਉੱਥੇ ਜੋ ਤੰਦਰੁਸਤ ਲੋਕ ਬੈਠੇ ਹੋਏ ਨੇ ਉਹਨਾਂ ਦੇ ਵਿੱਚ ਇਹਦੀ ਜਿਹੜੀ ਆ ਕਰੋਨਾ ਦੇ ਹੋਣ ਦੀ ਪੋਸੀਬਿਲਿਟੀ ਜਿਹੜੀ ਉਹ ਘੱਟ ਤੋਂ ਘੱਟ ਹੋਵੇ। ਜੇ ਉੱਥੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਲੱਛਣ ਨਜ਼ਰ ਆ ਰਿਹਾ ਤਾਂ ਉਹਨੂੰ ਤੁਰੰਤ ਆਪਣੇ ਘਰ ਵਾਪਸੀ ਕਰਨੀ ਚਾਹੀਦੀ ਹੈ, ਜਾਂ ਨੇੜੇ ਕਿਸੇ ਹਸਪਤਾਲ ਤੋਂ ਡਾਕਟਰ ਦੀ ਦੇਖ ਰੇਖ ਦੇ ਹੇਠਾਂ ਆਪਣਾ ਜਿਹੜਾ ਉਹ ਇਲਾਜ ਕਰਾਉਣਾ ਚਾਹੀਦਾ। ਅਤੇ ਉੱਥੇ ਵੀ ਧਰਨੇ ਮੁਜ਼ਾਹਰੇ 'ਤੇ ਬੈਠਦਿਆਂ ਦੂਰੀ ਜਿਹੜੀ ਆ ਉਹ ਬਣਾ ਕੇ ਰੱਖੋ, ਮਾਸਕ ਪਹਿਨ ਕੇ ਰੱਖੋ, ਆਪਣੇ ਕੋਲ ਸੈਨੀਟਾਈਜ਼ਰ ਰੱਖੋ, ਸੈਨੀਟਾਈਜ਼ ਮੰਗਵਾਓ ਜੇ ਨਹੀਂ ਹੈ ਤੁਹਾਡੇ ਕੋਲ, ਤਾਂ ਵਾਰ-ਵਾਰ ਉੱਥੇ ਆਪਣੇ ਹੱਥਾਂ ਨੂੰ ਧੋਂਦੇ ਰਹੋ, ਅਤੇ ਇੱਕ ਦੂਜੇ ਦੇ ਨਾਲ ਜਿਹੜਾ ਕੰਟੈਕਟ ਦੇ ਵਿੱਚ ਘੱਟ ਤੋਂ ਘੱਟ ਆਓ। ਆਪਣੀ ਸਾਫ਼ ਸਫਾਈ ਉੱਥੇ ਬੈਠਿਆਂ ਵੀ ਰੱਖੋ। ਸੰਘਰਸ਼ ਉਹੀ ਕਾਮਯਾਬ ਹੁੰਦੇ ਨੇ ਜਿਹੜੇ ਹਰ ਮੁਸ਼ਕਿਲ ਦੇ ਦੌਰ ਦੇ ਵਿੱਚ ਵੀ ਉਸੇ ਹੀ ਚੜ੍ਹਦੀ ਕਲਾ ਦੇ ਵਿੱਚ ਲੜੇ ਜਾਂਦੇ ਨੇ ਜਿਵੇਂ ਕਿ ਅਸੀਂ ਪਹਿਲਾਂ ਲੜ ਰਹੇ ਹੁੰਦੇ ਹਾਂ। ਇਸੇ ਤਰ੍ਹਾਂ ਜਿਵੇਂ ਪਹਿਲਾਂ ਸੰਘਰਸ਼ ਚੱਲ ਰਿਹਾ ਸੀ, ਉਸੇ ਤਰ੍ਹਾਂ ਕਰੋਨਾ ਮਹਾਂਮਾਰੀ ਦੇ ਦੌਰਾਨ ਵੀ ਚੱਲਣਾ ਚਾਹੀਦਾ, ਪਰ ਆਪਣੇ ਆਪ ਨੂੰ ਬਚਾਉਣ ਵਾਲੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਸੀਂ ਬਚਾਂਗੇ, ਤਾਂ ਹੀ ਅਸੀਂ ਸੰਘਰਸ਼ ਜਿਹੜਾ ਉਹ ਲੜਾਂਗੇ। ਬਾਕੀ ਹੋਰ ਜੇ ਕਿਸੇ ਨੂੰ ਕੋਈ ਤਰ੍ਹਾਂ ਦਾ ਕੋਈ ਇਹਦੇ ਰਿਲੇਟਡ ਜਿਹੜੀ ਕੋਈ ਪ੍ਰਸ਼ਨ ਹੋਵੇ, ਕੋਈ ਹੋਰ ਹੋਵੇ ਤਾਂ ਉਹ ਜ਼ਰੂਰ ਮਤਲਬ ਧਿਆਨ ਵਿੱਚ ਲਿਆਉਣਾ, ਮੈਂ ਕੋਸ਼ਿਸ਼ ਕਰਾਂਗੀ। ਅਤੇ ਮੇਰਾ ਆਪਣਾ ਤਜਰਬਾ ਜੋ ਮੇਰੇ ਵੀਰਾਂ ਭੈਣਾਂ ਨੇ ਕੋਲੋਂ ਪੁੱਛਿਆ, ਉਹ ਤਜਰਬਾ ਇਹੀ ਹੈ ਕਿ ਇੱਕ ਵਾਰ ਕਰੋਨਾ ਨੇ ਮੌਤ ਦੇ ਬਹੁਤ ਨੇੜਿਓਂ ਦਰਸ਼ਨ ਜਿਹੜੇ ਉਹ ਕਰਵਾਏ ਨੇ। ਬਹੁਤ ਦਰਦਨਾਕ ਐਕਸਪੀਰੀਅੰਸ ਰਿਹਾ,
ਖਾਸ ਕਰਕੇ ਤੁਸੀਂ ਮਾਨਸਿਕ ਤੌਰ 'ਤੇ ਇੱਕ ਵੱਖਰੀ ਹੀ ਜੰਗ ਲੜ ਰਹੇ ਹੁੰਦੇ ਹੋ, ਜਿਹਦੇ ਵਿੱਚ ਤੁਹਾਡਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ, ਹੌਸਲੇ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਕਿਉਂਕਿ ਜਦੋਂ ਸਰੀਰ ਸਾਥ ਨਹੀਂ ਦੇ ਰਿਹਾ ਹੁੰਦਾ, ਜਦੋਂ ਬਿਮਾਰੀ ਤੁਹਾਡੇ 'ਤੇ ਚੜ੍ਹਾਈ ਕਰ ਜਾਂਦੀ ਹੈ, ਤਾਂ ਇੱਕ ਵਾਰੀ ਹਰ ਤਰ੍ਹਾਂ ਦਾ ਡਰ ਜਿਹੜਾ ਵਾ ਉਹ ਤੁਹਾਡੇ ਕੋਲੋਂ ਖਹਿ ਕੇ ਜ਼ਰੂਰ ਲੰਘਦਾ ਹੈ। ਉਦੋਂ ਵਾਕਈ ਸੱਚੀ ਹੀ ਲੱਗਦਾ ਹੈ ਕਿ ਪਤਾ ਨਹੀਂ ਪਰਿਵਾਰ ਵਿੱਚ ਵਾਪਸ ਜਾਣਾ ਹੈ ਜਾਂ ਨਹੀਂ ਜਾਣਾ, ਤੁਸੀਂ ਇਸ ਤੋਂ ਬਾਅਦ ਕਿਹਨੂੰ ਦੇਖਣਾ ਹੈ, ਕਿਹਨੂੰ ਨਹੀਂ ਦੇਖਣਾ ਨਸੀਬ ਹੋਣਾ। ਇਹ ਸਭ ਕੁਝ ਜ਼ਿਹਨ ਵਿੱਚ ਆਉਂਦਾ ਹੈ। ਅਸੀਂ ਇਨਸਾਨ ਹੈ, ਆਏਗਾ ਵੀ ਜ਼ਰੂਰ, ਪਰ ਇਸ ਸੋਚ ਸ਼ਕਤੀ ਨੂੰ ਅਸੀਂ ਪੋਜ਼ੀਟਿਵ ਵਿੱਚ ਬਦਲਣਾ ਹੁੰਦਾ ਹੈ। ਨੈਗੇਟਿਵ ਜਿਹੜੀਆਂ ਵੇਵਸ ਨੇ, ਨੈਗੇਟਿਵ ਜਿਹੜੇ ਨਾਵਾਚਕ ਖਿਆਲ ਨੇ, ਇਹਨਾਂ ਨੇ ਵੀ ਜ਼ਰੂਰ ਆਉਣਾ ਹੁੰਦਾ ਹੈ, ਬਟ ਸਾਡੀ ਜਿਹੜੀ ਆਰਟ ਹੈ, ਜੋ ਸਾਡਾ ਜਿਹੜਾ ਇਤਿਹਾਸ ਹੈ, ਉਹ ਸਾਨੂੰ ਇਹ ਸਿਖਾਉਂਦਾ ਹੈ ਕਿ ਅਸੀਂ ਇਹਨਾਂ ਬੁਰੇ ਖਿਆਲਾਂ ਨੂੰ ਪੋਜ਼ੀਟਿਵ ਕਿਵੇਂ ਬਣਾਉਣਾ, ਅਸੀਂ ਚੜ੍ਹਦੀ ਕਲਾ ਵਿੱਚ ਕਿਵੇਂ ਰਹਿਣਾ। ਉਹਦੇ ਲਈ ਤੁਸੀਂ ਜਦੋਂ ਇਕਾਂਤਵਾਸ ਵਿੱਚ ਜਾਂਦੇ ਹੋ ਅਤੇ ਆਪਣੇ ਨਾਲ ਆਪਣਾ ਮੋਬਾਈਲ ਜ਼ਰੂਰ ਰੱਖੋ, ਉਹਦੇ 'ਤੇ ਜੋ ਤੁਹਾਨੂੰ ਪਸੰਦ ਹੈ ਉਹ ਦੇਖੋ, ਆਪਣਾ ਜਿਹੜਾ ਦਿਮਾਗ ਹੈ ਉਹਨੂੰ ਬਿਜ਼ੀ ਰੱਖੋ, ਆਪਣੇ ਰਿਸ਼ਤੇਦਾਰਾਂ ਨਾਲ, ਘਰ ਪਰਿਵਾਰ ਨਾਲ ਵੀਡੀਓ ਕਾਲ ਜਾਂ ਆਡੀਓ ਕਾਲ ਜ਼ਰੂਰ ਕਰੋ, ਗੱਲਾਂ ਕਰਦੇ ਰਹੋ। ਇਸ ਤਰ੍ਹਾਂ ਬਿਲਕੁਲ ਨਹੀਂ ਹੈ ਕੋਈ ਗੱਲ ਕਿ ਹਾਂ ਤੁਸੀਂ ਹੁਣ ਬੋਲਣਾ ਹੀ ਨਹੀਂ, ਗੱਲ ਹੀ ਨਹੀਂ ਕਰਨੀ। ਜੇ ਗੱਲ ਨਹੀਂ ਕਰੋਗੇ ਤਾਂ ਤੁਸੀਂ ਢਹਿੰਦੀ ਕਲਾ ਵਿੱਚ ਜ਼ਰੂਰ ਜਾਓਗੇ। ਚੜ੍ਹਦੀ ਕਲਾ ਵਿੱਚ ਰਹਿਣ ਦੇ ਲਈ ਆਪਣਿਆਂ ਦੇ ਸੰਪਰਕ ਵਿੱਚ ਬਣੇ ਰਹੋ, ਆਪਣਿਆਂ ਨਾਲ ਗੱਲਬਾਤ ਜ਼ਰੂਰ ਕਰਦੇ ਰਹੋ, ਕਿਉਂਕਿ ਉਹਨਾਂ ਦੇ ਹੌਸਲੇ ਨਾਲ ਭਰੇ ਹੋਏ ਬੋਲੇ ਲਫ਼ਜ਼ ਜਿਹੜੇ ਨੇ ਉਹ ਤੁਹਾਨੂੰ ਹੋਰ ਵੀ ਜ਼ਿਆਦਾ ਜਿਹੜੀ ਪਾਵਰ ਆ, ਸ਼ਕਤੀ ਆ, ਉਹ ਦੇਣਗੇ। ਇਸ ਕਰਕੇ ਕਦੇ ਵੀ ਇਹ ਨਹੀਂ ਸੋਚਣਾ ਕਿ ਹਾਂ ਬਸ ਮੈਂ ਬਿਮਾਰ, ਹੁਣ ਮੈਂ ਗੱਲ ਹੀ ਨਹੀਂ ਕਰਨੀ, ਮੈਨੂੰ ਇਕੱਲੇ ਨੂੰ ਛੱਡ ਦਿਓ। ਨਹੀਂ, ਇਕੱਲੇ ਨੂੰ ਛੱਡ ਦਿਓ ਮਤਲਬ ਕਿ ਤੁਸੀਂ ਇੱਕ ਕਮਰੇ ਵਿੱਚ ਰਹਿਣਾ, ਕਿ ਤੁਸੀਂ ਹੋਰਨਾਂ ਦੇ ਕੰਟੈਕਟ ਵਿੱਚ ਘੱਟ ਤੋਂ ਘੱਟ ਆਓ, ਤਾਂ ਕਿ ਤੁਹਾਡੇ ਪਰਿਵਾਰ ਦੇ ਦੂਜੇ ਜੀਅ ਜਿਹੜੇ ਨੇ ਉਹ ਤੰਦਰੁਸਤ ਰਹਿਣ। ਪਰ ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਉਹਨਾਂ ਨਾਲ ਆਪਣੀ ਬੋਲਚਾਲ, ਰਿਸ਼ਤੇਦਾਰਾਂ ਨਾਲ, ਦੋਸਤਾਂ ਮਿੱਤਰਾਂ ਨਾਲ ਗੱਲਬਾਤ ਜਿਹੜੀ ਆ ਉਹ ਕਰਦੇ ਰਹੋ। ਅਤੇ ਜੋ ਵੀ ਜੇ ਤੁਸੀਂ ਲਿਖਣ ਦੇ ਹੁਨਰ ਰੱਖਦੇ ਹੋ ਤਾਂ ਲਿਖੋ, ਠੀਕ ਹੈ। ਜੋ ਲੋਕ ਲਾਈਵ ਹੋ ਕੇ ਕੁਝ ਸੁਨੇਹਾ ਦਿੰਦੇ ਨੇ ਉਹ ਵੀ ਬਹੁਤ ਚੰਗੀ ਗੱਲ ਹੈ। ਆਪਣੇ ਆਪ ਨੂੰ ਕਿਸੇ ਵੀ ਤਰੀਕੇ ਨਾਲ, ਜਿਸ ਤਰ੍ਹਾਂ ਵੀ ਤੁਹਾਨੂੰ ਠੀਕ ਲੱਗਦਾ ਹੈ, ਦੁਨੀਆ ਨਾਲ ਜੋੜੀ ਰੱਖੋ, ਕਿਉਂਕਿ ਇਹ ਸਾਰਾ ਕੁਝ ਤੁਹਾਨੂੰ ਇਕੱਲੇਪਨ ਨੂੰ ਦੂਰ ਕਰਨ ਦੇ ਵਿੱਚ ਤੁਹਾਡਾ ਸਹਾਈ ਹੋਏਗਾ। ਹੋਰ ਗੱਲਾਂ ਤਾਂ ਵੀ ਬਹੁਤ ਨੇ, ਗੁੱਸੇ ਵਿੱਚ ਨਾ ਆਓ। ਜੇ ਕੋਈ ਇਹੋ ਜਿਹੀ ਪੋਸਟ ਵੀ ਪਾਉਂਦਾ ਹੈ ਕਿ ਉਹ ਕਰੋਨਾ ਤੋਂ ਬਹੁਤ ਡਰ ਗਿਆ ਹੈ, ਤਾਂ ਕੋਈ ਗੱਲ ਨਹੀਂ, ਉਹਦਾ ਤਜਰਬਾ ਉਹ ਕੁਝ ਰਿਹਾ ਹੋਵੇਗਾ, ਉਹਦਾ ਮਜ਼ਾਕ ਨਾ ਉਡਾਓ। ਆਪਣੇ ਵਿੱਚ ਇਹ ਵੀ ਬਿਰਤੀ ਜਿਹੜੀ ਬੜੀ ਪ੍ਰਬਲ ਕਰ ਰਹੀ ਹੈ ਕਿ ਜੇ ਕੋਈ ਕਿਸੇ ਨੇ ਕਿਸੇ ਨੂੰ ਕਹਿ ਦਿੱਤਾ ਕਿ ਨਾ ਬਈ ਸੱਚੀ ਕਰੋਨਾ ਹੈ ਜਾਂ ਕਰੋਨਾ, ਉਹਦਾ ਮਜ਼ਾਕ ਨਾ ਉਡਾਓ ਕਿ ਇਹ ਡਰ ਗਿਆ। ਡਰ ਜਿਹੜਾ ਵਾ ਉਹ ਹਮੇਸ਼ਾ ਨੈਗੇਟਿਵ ਹੀ ਨਹੀਂ ਹੁੰਦਾ, ਚੰਗਾ ਵੀ ਹੁੰਦਾ। ਜੇ ਤੁਹਾਡੇ ਅੰਦਰ ਕਿਸੇ ਹੱਦ ਤੱਕ ਬੁਰੀਆਂ ਗੱਲਾਂ ਦਾ, ਮਾੜੇ ਗੱਲਾਂ ਪ੍ਰਤੀ ਡਰ ਹੋਏਗਾ ਅਤੇ ਤਾਂ ਹੀ ਤੁਸੀਂ ਉਹਨਾਂ ਤੋਂ ਆਪਣਾ ਬਚਾਅ ਕਰੋਗੇ। ਇੰਨਾ ਕੁਝ ਕਹਿੰਦੀ ਹੋਈ ਅੱਜ ਮੈਂ ਇੱਥੇ ਹੀ ਸਮਾਪਤੀ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।